पंजाब दी चोण सियासत दे विच एक नवे खिडारी दी एंट्री हुई है, पर वो खिडारी कहंदा कि मैं खेडना नहीं, फिर उन्हें करना की है। ਸਾਰੇ ਦੇਸ਼ ਦੀਆਂ ਪੋਲੀਟੀਕਲ ਪਾਰਟੀਆਂ ਭਾਵੇਂ ਸੈਂਟਰਲ ਗਵਰਨਮੈਂਟ ਹੈ ਚਾਹੇ ਸੂਬਾ ਸਰਕਾਰਾਂ ਨੇ ਉਹ ਕਨਸਟੀਟਿਊਸ਼ਨ ਦੀ ਰੌਸ਼ਨੀ ਦੇ ਵਿੱਚ ਚੱਲਦੀਆਂ। ਸੰਵਿਧਾਨਕ ਤਾਕਤਾਂ ਦੇ ਆਧਾਰ ਤੇ ਜਿਹੜੀ ਤਾਕਤਾਂ ਦੀ ਵੰਡ ਆ ਉਹ ਇਸ ਸੂਬੇ ਕੋਲ ਹੈ ਹੀ ਨਹੀਂ, ਜਿਹਦੇ ਆਧਾਰ ਦੇ ਉੱਤੇ ਇਸ ਸੂਬੇ ਦੇ ਲੋਕਾਂ ਦਾ ਕਲਿਆਣ ਕਰਨਾ। ਫਿਰ ਅਸੈਂਬਲੀ ਦੇ ਵਿੱਚ ਸਰਕਾਰ ਬਣਾ ਕੇ ਕਰਨਾ ਕੀ ਹੈ? ਇਹ ਪੰਜਾਬ ਦੇ ਇਸ ਸੂਬੇ ਦੀਆਂ ਜਿੰਨੀਆਂ ਵੀ ਸੂਬਾ ਸਰਕਾਰਾਂ ਨੇ, ਇਸ ਮੁਲਕ ਦੇ ਵੱਖ-ਵੱਖ ਸੂਬਿਆਂ ਦੇ ਸੂਬਾ ਸਰਕਾਰਾਂ ਸਮੇਤ ਪੰਜਾਬ ਇਹ ਸੂਬੇਦਾਰੀ ਹੈ, ਤਖਤ ਦਿੱਲੀ ਦਾ ਹੀ ਹੈ। ਤੁਸੀਂ ਸਿੱਧੇ ਤੌਰ ਤੇ ਗੱਲ ਇਹ ਕਹਿ ਰਹੇ ਹੋ ਵੀ ਅਸੀਂ ਸੰਵਿਧਾਨ ਦੇ ਵਿੱਚ ਸੋਧਾਂ ਜਿਹੜੀਆਂ ਹੋਣੀਆਂ ਚਾਹੀਦੀਆਂ ਨੇ ਉਹ ਕਰਵਾਵਾਂਗੇ। ਸੋਧਾਂ ਕਿਉਂ ਕਰਾਵਾਂਗੇ? ਸੰਵਿਧਾਨ 'ਚ ਲਿਖਿਆ ਹੋਇਆ ਕਿ ਜਿਹੜਾ ਇਹ ਮੁਲਕ ਹੈ ਉਹ ਇੱਕ ਫੈਡਰਲ ਸਟੇਟ ਹੈ। ਸੰਵਿਧਾਨ ਦੇ ਵਿੱਚ ਲਿਖ ਕੇ ਮੁੱਕਰੀ ਹੋਈ ਹੈ ਭਾਰਤੀ ਹਕੂਮਤ। ਤਾਂ ਇਸ ਵਕਤ ਉਹ 66 ਵਾਲੀ ਮਰਦਮਸ਼ੁਮਾਰੀ ਨਹੀਂ ਚੱਲਣੀ। ਪੰਜਾਬ ਦੀ ਮੁੜ ਮਰਦਮਸ਼ੁਮਾਰੀ ਹੋਵੇ ਨਾਲ ਲੱਗਦੇ ਸਰਹੱਦੀ ਪੰਜਾਬੀ ਬੋਲਦੇ ਇਲਾਕਿਆਂ ਦੀ, ਔਰ ਮੁੜ ਮਰਦਮਸ਼ੁਮਾਰੀ ਕਰਕੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦਿਓ, ਆਪਣਾ ਵਾਅਦਾ ਪੂਰਾ ਕਰੋ। ਅਜਲ ਸਾਹਿਬ ਉਹਨਾਂ ਦੀ ਪਾਰਟੀ ਬਣਾਈ ਗਈ ਹੈ ਜਾਂ ਬਣਵਾਈ ਗਈ? ਦੇਖੋ ਇਹ ਤਾਂ ਹੁਣ ਸਮਾਂ ਤੈਅ ਕਰੂਗਾ ਕਿ ਜਿਹੜੀ ਲੌਬੀ ਬੀਜੇਪੀ ਦੇ ਪਿੱਛੇ ਖੜੀ ਹੈ ਉਹਦੀ ਕੋਸ਼ਿਸ਼ ਇਹ ਹੈ ਵੀ ਜਾਂ ਤਾਂ ਬੀਜੇਪੀ ਦੀ ਗਵਰਨਮੈਂਟ ਬਣ ਜਾਵੇ ਜਾਂ ਆਮ ਆਦਮੀ ਪਾਰਟੀ ਦੇ ਨਾਲ ਰਲ ਕੇ ਕਿਸੇ ਪਾਰਟੀ ਦੀ ਆਮ ਆਦਮੀ ਪਾਰਟੀ ਦੀ ਅਗਵਾਈ 'ਚ ਗਵਰਨਮੈਂਟ ਬਣ ਜਾਵੇ। ਉਹ ਲੌਬੀ ਇਹ ਗੱਲ ਚਾਹੁੰਦੀ ਹੈ, ਤੇ ਜੇ ਇਹ ਨਾ ਹੁੰਦਾ ਹੋਇਆ ਫਿਰ ਐਮਰਜੈਂਸੀ ਵੀ ਪੰਜਾਬ 'ਚ ਲੱਗ ਸਕਦੀ ਹੈ। पंजाब दी चोण सियासत दे विच एक नवे खिडारी दी एंट्री हुई है, पर वो खिडारी कहंदा कि मैं खेडना नहीं, फिर उन्हें करना की है। इस बारे गलबात करांगे। द खबरसार ਅਤੇ HSN TV देख रहे सारे ही दर्शकों का स्वागत है। मैं हाँ तुहाडे नाल ठाकुर अमनदीप सिंह। उस टीम दे एक मुख खिडारी जो ने साडे नाल मौजूद ने, गलबात करांगे। सब तो पहला स्वागत करांगे प्रोफैसर प्रभजोत सिंह जी का। भाजी बहुत स्वागत है द खबरसार ते। ਥੈਂਕ ਯੂ ਜੀ। भाजी ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਨਵੀਂ ਪਾਰਟੀ ਅਨਾਉਂਸ ਕੀਤੀ ਗਈ ਹੈ ਜਾਂ ਇੱਕ ਜਥੇਬੰਦੀ ਅਨਾਉਂਸ ਕੀਤੀ ਗਈ ਹੈ, ਲੇਕਿਨ ਸੁਣਨ 'ਚ ਇਹ ਵੀ ਆ ਰਿਹਾ ਵੀ ਤੁਸੀਂ ਆਪਣੇ ਉਮੀਦਵਾਰ ਮੈਦਾਨ 'ਚ ਨਹੀਂ ਉਤਾਰਨੇ, ਫਿਰ ਪਾਰਟੀ ਜਾਂ ਜਥੇਬੰਦੀ ਬਣਾਉਣ ਦਾ ਮੁੱਖ ਕਾਰਨ ਕੀ ਹੈ? ਹੁਣ ਇਸ ਸਵਾਲ ਦਾ ਜਵਾਬ ਵੈਸੇ ਹਿਸਟਰੀ 'ਚੋਂ ਮੈਂ ਦੇਣਾ ਚਾਹੂੰਗਾ ਤੁਹਾਨੂੰ ਵੀ ਅਕਾਲ ਕੀ ਹੈ। ਸਭ ਤੋਂ ਪਹਿਲਾਂ ਤਾਂ ਨਾ ਅਕਾਲ ਦਾ ਮਤਲਬ ਕੋਈ ਸਿਰਫ ਪਰਮਾਤਮਾ ਨਹੀਂ ਹੈ। ਅਕਾਲ ਇਹ ਨੇਚਰ, ਕੁਦਰਤ ਜਿਹੜੀ ਹੈ ਉਹ ਆਪਣੇ ਆਪ 'ਚ ਅਕਾਲ ਹੈ, ਜਿਹੜੀ ਕਾਲ 'ਚ ਨਹੀਂ ਬੱਝੀ ਹੋਈ, ਜਿਹੜੀ ਗਤੀਸ਼ੀਲ ਹੈ, ਉਹਨੂੰ ਉਹ ਅਕਾਲ ਆ। ਅਕਾਲ ਪੁਰਖ ਦੀ ਜਿਹੜੀ ਗੱਲ ਕੀਤੀ, ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸਾਹਿਬ ਗੁਰ ਪ੍ਰਸਾਦ, ਉਹਦੀ ਸਾਰੀ ਜਿਹੜੀ ਉਹਨੇ ਕਰੈਕਟਰਿਸਟਿਕੇਸ਼ਨ ਜਿਹੜੀ ਕਰੈਕਟਰਿਸਟਿਕਸ ਜਿਹੜੇ ਗੁਰੂ ਨਾਨਕ ਸਾਹਿਬ ਨੇ ਦਿੱਤੇ ਆ। ਤਾਂ ਜਦੋਂ ਤੁਸੀਂ ਅਸੀਂ ਖਾਲਸਾ ਰਾਜ ਦੀ ਮੈਂ ਤੁਹਾਡੇ ਨਾਲ ਇੱਥੇ ਗੱਲ ਕਰਨੀ ਚਾਹੁੰਦਾ। ਖਾਲਸਾ ਰਾਜ ਦੇ ਦੌਰਾਨ ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਸੀਗੀਆਂ, ਜਿਹੜੀ ਅਕਾਲੀ ਫੌਜ ਜਿਹਨੂੰ ਆਪਾਂ ਕਹਿੰਦੇ ਹਾਂ ਨਾ, ਗੁਰੂ ਜੀ ਦੀ ਲਾਡਲੀ ਫੌਜ ਹੈ ਜਿਹੜੀ ਅਕਾਲੀ ਫੌਜ ਸੀਗੀ, ਉਹ ਕੀ ਕਰਦੀ ਸੀਗੀ? ਰਾਜ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਸੀਗਾ, ਖਾਲਸਾ ਰਾਜ ਵੀ ਚਲੋ ਉਹਨੂੰ ਕਿਹਾ ਗਿਆ, ਪਰ ਜਿਹੜੀਆਂ ਅਕਾਲੀ ਫੌਜਾਂ ਸੀਗੀਆਂ ਉਹ ਤਖਤ 'ਤੇ ਨਹੀਂ ਸੀ ਬਹਿੰਦੀਆਂ। ਫਿਰ ਉਹ ਕਰਦੀਆਂ ਕੀ ਸੀ? ਉਹ ਤਖਤ ਦੀ ਪਹਿਰੇਦਾਰੀ ਕਰਦੀਆਂ ਸੀਗੀਆਂ ਕਿ ਜਿਹੜਾ ਰਾਜ ਖਾਲਸਾ ਰਾਜ ਹੈ ਉਹ ਸੱਚਮੁੱਚ ਦੇ ਵਿੱਚ ਖਾਲਸਾ ਰਾਜ ਹੀ ਰਹੇ, ਉਹਦੀ ਪਹਿਰੇਦਾਰੀ ਕਰਦੀਆਂ ਸੀਗੀਆਂ। ਔਰ ਇਹ ਵੀ ਗੱਲ ਹਿਸਟਰੀ ਦੇ ਵਿੱਚ ਕੋਡ ਕੀਤੀ ਜਾਂਦੀ ਹੈ ਇਤਿਹਾਸਕਾਰਾਂ ਵੱਲੋਂ ਵੀ ਸਾਲ ਦੇ ਵਿੱਚ ਇੱਕ ਵਾਰੀ ਜਿਹੜੇ ਨਿਹੰਗ ਸਿੰਘ ਨੇ ਉਹ ਗੋਲੀਆਂ ਮਾਰ ਕੇ ਜਾਂਦੇ ਸੀ ਮਹਾਰਾਜਾ ਰਣਜੀਤ ਸਿੰਘ ਦੇ ਘਰ ਨੂੰ ਆ ਕੇ, ਉਹਦੇ ਮਹਿਲ 'ਤੇ ਆ ਕੇ। ਵੀ ਕਹਿੰਦੇ ਸੀਗੇ, ਮੈਂ ਸਤਿਕਾਰਯੋਗ ਸਾਡੇ ਮਹਾਰਾਜਾ ਜੀ ਨੇ ਉਹ ਅੱਖ ਤੋਂ ਜਿਹੜੇ ਹੈਗੇ ਨੇ ਉਹ ਮੁਹਤਾਜ ਸੀਗੇ, ਅਤੇ ਉਹ ਕਹਿੰਦੇ ਸੀਗੇ ਆ ਕੇ ਵੀ ਤੂੰ ਕਾਣਿਆ ਜਾਗਦਾ ਰਹੀਂ, ਰਾਜ ਖਾਲਸੇ ਦਾ ਆ, ਅਕਾਲ ਦਾ ਰਾਜ ਆ, ਵੀ ਤੈਨੂੰ ਇਸ ਤਖਤ 'ਤੇ ਬਿਠਾਇਆ ਹੋਇਆ, ਸਿਰਫ ਉਹਦੀ ਜ਼ਿੰਮੇਵਾਰੀ ਸੰਭਾਈ ਹੋਈ ਹੈ। ਤਾਂ ਇਹ ਜਿਹੜੀ ਗੱਲ ਹੈ ਨਾ, ਉਹਦੀ ਪਹਿਰੇਦਾਰੀ ਕਰਨ ਦਾ ਜਿਹੜਾ ਸਵਾਲ ਹੈ ਹੁਣ ਜਦੋਂ, ਪਰ ਵੈਸੇ ਤਾਂ ਸਰਕਮਸਟੈਂਸਿਸ ਹੁੰਦੇ ਆ ਸਾਡੇ ਵਾਸਤੇ। ਜਿਹੜੀਆਂ ਇਲੈਕਸ਼ਨਸ ਨੇ ਉਹ ਦੋ ਚੀਜ਼ਾਂ ਹੁੰਦੀਆਂ ਨੇ ਲੜਾਈ ਦੇ ਮੈਦਾਨ ਦੇ ਵਿੱਚ, ਇੱਕ ਸਟ੍ਰੈਟਜੀ ਹੁੰਦੀ ਹੈ, ਇੱਕ ਟੈਕਟਿਕਸ ਹੁੰਦਾ, ਰਣਨੀਤੀ ਦੇ ਦਾਅ ਪੇਚ। ਸਾਡੇ ਵਾਸਤੇ ਚੋਣਾਂ ਨੇ, ਸਾਡੇ ਵਾਸਤੇ ਇਸ ਖਿੱਤੇ ਦੇ ਲੋਕਾਂ ਦੀ ਜਾਂ ਜਿਸ ਖਿੱਤੇ ਦੇ ਨਾਲ ਅਸੀਂ ਸੰਬੰਧ ਰੱਖਦੇ ਹਾਂ, ਭਾਵੇਂ ਭਾਰਤੀ ਖਿੱਤਾ ਹੈ ਚਾਹੇ ਉਹ ਪੰਜਾਬ ਦਾ ਖਿੱਤਾ ਹੈ, ਇਸ ਖਿੱਤੇ ਦੇ ਵਿੱਚ ਵਸਣ ਵਾਲੇ ਜਿਹੜੇ ਲੋਕ ਆ, ਪ੍ਰਾਈਮ ਡਿਊਟੀ ਅਸੀਂ ਪੰਜਾਬ ਖਿੱਤੇ ਲਈ ਮੰਨਦੇ ਹਾਂ ਆਪਣੀ, ਦੂਜਿਆਂ ਵਾਸਤੇ ਵੀ, ਕਿਉਂਕਿ ਜਿਵੇਂ ਹੁਣ ਅੰਦੋਲਨ ਸਾਰੇ ਦੇਸ਼ ਦਾ ਸੀਗਾ, ਪਰ ਪੰਜਾਬ ਨੇ ਤੇ ਸਿੱਖਾਂ ਨੇ ਮੀਰੀ ਭੂਮਿਕਾ ਆਪਣੀ ਉਹਦੇ ਵਿੱਚ ਅਦਾ ਕੀਤੀ ਹੈ ਔਰ ਫਤਿਹ ਵੀ ਹਾਸਲ ਕੀਤੀ ਹੈ। ਸਾਰੇ ਪੱਖਾਂ ਦੇ ਵਿੱਚ ਹੀ ਉਹ ਮੀਰੀ ਰਹੇ ਉਹਦੇ ਵਿੱਚ, ਹੈ ਨਾ। ਤਾਂ ਉਹ ਜਿਹੜੀ ਲੜਾਈ ਆ ਉਹਦੇ ਵਿੱਚ ਜਿਹੜੇ ਇੱਥੋਂ ਦੇ ਲੋਕਾਂ ਦੇ ਰਾਜਸੀ, ਆਰਥਿਕ, ਸਮਾਜਿਕ, ਪ੍ਰਸ਼ਾਸਨਿਕ, ਪਛਾਈ, ਕੌਮੀ ਸਾਰੇ ਸਰੋਕਾਰ ਨੇ ਜਿਹੜੇ, ਉਹਨਾਂ ਦੀ ਜਿਹੜੀ ਲੜਾਈ ਲੜੀ ਜਾਣੀ ਆ, ਉਹ ਲੜਾਈ ਸਾਡੀ ਪ੍ਰਾਈਮ ਸਟਰਗਲ ਆ, ਉਹ ਸਾਡੀ ਸਟ੍ਰੈਟਜੀਕਲ ਸਟਰਗਲ ਆ, ਉਹ ਸਾਡੀ ਸਟ੍ਰੈਟਜੀਕਲ ਅਪਰੋਚ ਆ ਵੀ ਅਸੀਂ ਲੜਨੀ ਹੀ ਲੜਨੀ ਆ, ਮਤਲਬ ਕਿ ਹਰ ਕੀਮਤ 'ਤੇ ਲੜਨੀ ਆ। ਇਲੈਕਸ਼ਨ ਸਾਡੀ ਟੈਕਟੀਕਲ ਅਪਰੋਚ ਆ। ਜਿਹੜੀ ਸਾਡੀ ਉਹ ਲੜਾਈ ਆ, ਜਿਹੜੇ ਤੁਸੀਂ ਕਹਿੰਦੇ ਵੀ ਕਰਨਾ ਕੀ ਹੈ, ਜਿਹੜੀ ਸਾਡੀ ਉਹ ਅਸਲ ਲੜਾਈ ਆ, ਪ੍ਰਾਈਮ ਸਟਰਗਲ ਆ ਜਿਹੜੀ ਸਾਡੀ, ਉਸ ਲੜਾਈ ਨੂੰ ਜੇ ਤਾਂ ਇਲੈਕਸ਼ਨ ਸਰਵ ਕਰਦੀਆਂ ਹੋਣ, ਉਹ ਸਿਚੁਏਸ਼ਨਸ ਤੈਅ ਕਰਦੀਆਂ ਹੁੰਦੀਆਂ ਵੀ ਸਰਵ ਕਰਨੀਆਂ ਜਾਂ ਨਹੀਂ। ਜੇ ਤਾਂ ਸਰਵ ਕਰਦੀਆਂ ਹੋਣਗੀਆਂ ਤਾਂ ਇਲੈਕਸ਼ਨ 'ਚ ਪਾਰਟੀਸਪੇਟ ਕਰਾਂਗੇ। ਜੇ ਉਸ ਸਟਰਗਲ ਨੂੰ, ਕਿਉਂਕਿ ਉਹ ਸਟਰਗਲ ਪ੍ਰਾਈਮ ਆ, ਜੇ ਉਹਨੂੰ ਸਰਵ ਨਹੀਂ ਕਰਨਗੀਆਂ ਤਾਂ ਅਸੀਂ ਇਲੈਕਸ਼ਨਸ ਦੇ ਵਿੱਚ ਪਾਰਟੀਸਪੇਟ ਨਹੀਂ ਕਰਾਂਗੇ। ਮੌਜੂਦਾ ਸਥਿਤੀ ਦੇਖੀਏ ਤਾਂ ਕੀ ਸਰਵ ਕਰਦੀਆਂ ਨੇ? ਹਾਂ,
ਮੌਜੂਦਾ ਸਥਿਤੀ 'ਚ ਸਰਵ ਨਹੀਂ ਕਰਦੀਆਂ। ਕਿਉਂ ਨਹੀਂ ਕਰਦੀਆਂ? ਕਿਉਂਕਿ ਸਾਡਾ ਮੰਨਣਾ ਇਹ ਹੈ ਵੀ ਜਿਹੜੀਆਂ ਚੋਣਾਂ ਨੇ ਕਾਹਦੇ ਲਈ ਹੋ ਰਹੀਆਂ? ਪੰਜਾਬ ਅਸੈਂਬਲੀ ਵਾਸਤੇ। ਪੰਜਾਬ ਅਸੈਂਬਲੀ ਐਜ਼ ਪੰਜਾਬ ਅਸੈਂਬਲੀ ਸਟਰਕਚਰ ਉਹਦੇ ਕੋਲੇ ਉਹ ਸੰਵਿਧਾਨਕ ਤਾਕਤਾਂ ਹੀ ਨਹੀਂ ਹੈਗੀਆਂ ਜਿਨ੍ਹਾਂ ਤਾਕਤਾਂ ਦੇ ਆਧਾਰ ਦੇ ਉੱਤੇ ਕਿਉਂਕਿ ਉਹ ਇਹੀ ਕਹਿ ਰਹੀਆਂ ਨੇ ਪਾਰਟੀਆਂ ਕਿ ਅਸੀਂ ਕਲਿਆਣ ਕਰਨਾ ਲੋਕਾਂ ਦਾ। ਕਲਿਆਣ ਕਾਹਦੇ ਨਾਲ ਹੋਣਾ? ਪਾਵਰ ਦੇ ਨਾਲ, ਤਾਕਤ ਦੇ ਨਾਲ। ਕਿਉਂਕਿ ਕਨਸਟੀਟਿਊਸ਼ਨ ਸਭ ਤੋਂ ਸੁਪਰੀਮ ਹੈ ਨਾ ਇਸ ਦੇਸ਼ ਦੇ ਵਿੱਚ। ਕਨਸਟੀਟਿਊਸ਼ਨ ਦੇ ਵਿੱਚ ਸਾਰੀ ਪਾਵਰ ਹੈ। ਸਾਰੇ ਦੇਸ਼ ਦੀਆਂ ਪੋਲੀਟੀਕਲ ਪਾਰਟੀਆਂ ਭਾਵੇਂ ਸੈਂਟਰਲ ਗਵਰਨਮੈਂਟ ਹੈ ਚਾਹੇ ਸੂਬਾ ਸਰਕਾਰਾਂ ਨੇ, ਉਹ ਕਨਸਟੀਟਿਊਸ਼ਨ ਦੀ ਰੌਸ਼ਨੀ ਦੇ ਵਿੱਚ ਚੱਲਦੀਆਂ। ਸੰਵਿਧਾਨਕ ਤਾਕਤਾਂ ਦੇ ਆਧਾਰ ਤੇ ਜਿਹੜੀ ਤਾਕਤਾਂ ਦੀ ਵੰਡ ਆ ਉਹ ਇਸ ਸੂਬੇ ਕੋਲ ਹੈ ਹੀ ਨਹੀਂ ਜਿਹਦੇ ਆਧਾਰ ਦੇ ਉੱਤੇ ਇਸ ਸੂਬੇ ਦੇ ਲੋਕਾਂ ਦਾ ਕਲਿਆਣ ਕਰਨਾ। ਫਿਰ ਅਸੈਂਬਲੀ ਦੇ ਵਿੱਚ ਸਰਕਾਰ ਬਣਾ ਕੇ ਕਰਨਾ ਕੀ ਹੈ? ਕਿਵੇਂ ਤੁਸੀਂ ਲੋਕਾਂ ਦਾ ਕਲਿਆਣ ਕਰ ਦਿਓਗੇ? ਅਸੀਂ ਇਹ ਮੰਨਦੇ ਹਾਂ, ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਸਿਧਾਂਤਕ ਤੌਰ ਤੇ ਇਹ ਗੱਲ ਮੰਨਦਾ ਆ ਕਿ ਜੇ ਕੋਈ ਵੀ ਪੋਲੀਟੀਕਲ ਕੈਂਡੀਡੇਟ, ਕੋਈ ਵੀ ਪੋਲੀਟੀਕਲ ਪਾਰਟੀ ਇਹ ਦਾਅਵਾ ਕਰਦੀ ਆ ਕਿ ਸਾਨੂੰ ਜਿਤਾ ਦਿਓ, ਸਾਡੀ ਸਰਕਾਰ ਬਣਾ ਦਿਓ, ਉਹ ਝੂਠ ਬੋਲਦਾ, ਕਰ ਹੀ ਨਹੀਂ ਸਕਦਾ। ਉਹ ਸਾਡੇ ਨਾਲ ਬਹਿ ਜਾਵੇ ਜਾਂ 75 ਸਾਲ ਸਰਕਾਰ ਤਾਂ ਬਣਾ ਸਕਦੇ ਆ ਪਰ ਲੋਕਾਂ ਦਾ ਫਾਇਦਾ ਨਹੀਂ ਕਰ ਸਕਦੇ। ਤੁਸੀਂ ਕਹਿ ਸਕਦੇ ਨਹੀਂ ਕਰ ਸਕਦੇ ਕਿਉਂਕਿ ਜੇ ਲੋਕਾਂ ਦਾ ਫਾਇਦਾ ਕਰਨਾ ਕਾਹਦੇ ਸਿਰ ਤੇ ਹੈ? ਤੁਹਾਡੇ ਕੋਲ ਜਿਸ ਅਸੈਂਬਲੀ ਦੇ ਵਿੱਚ ਤੁਸੀਂ ਬੈਠਣਾ ਉਸ ਅਸੈਂਬਲੀ ਕੋਲ ਪਾਵਰ ਹੀ ਹੈ ਨਹੀਂਗੀ, ਉਹਦੇ ਕੋਲ ਉਹ ਅਧਿਕਾਰ ਹੀ ਹੈ ਨਹੀਂਗੇ, ਉਹਦੇ ਕੋਲੇ ਉਹ ਇਕਨੋਮਿਕਲ ਰਿਸੋਰਸਿਸ ਹੀ ਹੈ ਨਹੀਂਗੇ ਜਿਨ੍ਹਾਂ ਦੇ ਸਿਰ ਦੇ ਉੱਤੇ ਤੁਸੀਂ ਉਹ ਸੂਬੇ ਦੇ ਲੋਕਾਂ ਦਾ ਕਲਿਆਣ ਕਰਨਾ। ਫਿਰ ਕਰੋਗੇ ਕਿੱਦਾਂ? ਸਿਰਫ ਇਹ ਸੂਬੇਦਾਰੀ ਹੈ ਇੱਥੇ। ਸਿਰਫ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਜਿਵੇਂ ਜਦੋਂ ਮੁਗਲ ਸਲਤਨਤ ਹੁੰਦੀ ਸੀ ਨਾ, ਉਦੋਂ ਤਖਤ ਦਿੱਲੀ ਦਾ ਹੁੰਦਾ ਸੀਗਾ ਤੇ ਸੂਬੇਦਾਰ ਹੁੰਦੇ ਸੀ ਅੱਗੇ, ਤੇ ਸੂਬੇਦਾਰਾਂ ਦਾ ਆਪਣਾ ਕੋਈ ਰੂਲ ਰੈਗੂਲੇਸ਼ਨ ਨਹੀਂ ਸੀ ਹੁੰਦਾ। ਉਹ ਲਗਾਨ ਵੀ ਭਰਦੇ, ਸਭ ਕੁਝ ਕਰਦੇ ਸੀਗੇ ਤੇ ਹੁਕਮ ਦਿੱਲੀ ਤਖਤ ਦਾ ਚੱਲਦਾ ਸੀਗਾ। ਇਹ ਪੰਜਾਬ ਦੇ ਇਸ ਸੂਬੇ ਦੀਆਂ ਜਿੰਨੀਆਂ ਵੀ ਸੂਬਾ ਸਰਕਾਰਾਂ ਨੇ, ਇਸ ਮੁਲਕ ਦੇ ਵੱਖ-ਵੱਖ ਸੂਬਿਆਂ ਦੇ ਸੂਬਾ ਸਰਕਾਰਾਂ ਸਮੇਤ ਪੰਜਾਬ, ਇਹ ਸੂਬੇਦਾਰੀ ਹੈ, ਤਖਤ ਦਿੱਲੀ ਦਾ ਹੀ ਹੈ ਅੱਜ ਵੀ ਇੱਥੇ। ਔਰ ਇਹ ਪਿਛਲੇ 75 ਸਾਲਾਂ ਦਾ ਪੰਜਾਬ ਵਿੱਚ ਵੀ ਬਿਲਕੁਲ ਇਹ ਪਿਛਲੇ 75 ਸਾਲਾਂ ਦੀ ਜਿਹੜੀ ਹਿਸਟਰੀ ਆ ਉਹਨੇ ਪ੍ਰੂਵ ਕੀਤਾ ਇਸ ਗੱਲ ਨੂੰ, ਤੇ ਤਾਂ ਹੀ ਦੂਜੇ ਸੂਬਿਆਂ ਦਾ ਤੇ ਪੰਜਾਬ ਦਾ ਹਾਲ ਇਹ ਹੈ। ਭਾਈ ਬਦਲਾਅ ਕਿਵੇਂ ਹੋਣਾ ਹੈ ਫਿਰ? ਜੇ ਅਸੀਂ ਕਹੀਏ ਵੀ ਸੂਬੇਦਾਰੀ ਸਿਸਟਮ ਖਤਮ ਹੋ ਜਾਵੇ, ਸੈਂਟਰ ਜਿਹੜੀ ਕੇਂਦਰ ਸ਼ਾਸਿਤ ਹੈਗੀ ਹੈ ਜਾਂ ਕੇਂਦਰ ਦੇ ਕੋਲ ਜਿਹੜੀ ਪਾਵਰ ਹੈਗੀ ਹੈ, ਜੇ ਬਾਕੀ ਫੈਡਰਲ ਸਟਰਕਚਰ ਦੀ ਅਸੀਂ ਗੱਲ ਕਰ ਰਹੇ ਹਾਂ, ਫਿਰ ਸੂਬਿਆਂ ਕੋਲ ਅਧਿਕਾਰ ਆਉਣਗੇ ਕਿਵੇਂ? ਫਿਰ ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਇਸ ਦੀ ਲੜਾਈ, ਇਸ ਦੀ ਜਿਹੜੀ ਜ਼ਮੀਨੀ ਪੱਧਰ ਦੀ ਲੜਾਈ ਕਿਵੇਂ ਲੜੇਗਾ? ਦੇਖੋ, ਮੈਦਾਨ ਦੇ ਵਿੱਚ ਲੜੀ ਜਾਣੀ ਹੈ ਲੜਾਈ। ਇਹ ਵੈਸੇ ਤਾਂ ਸਵਾਲ ਹੀ ਦਫਨ ਹੋ ਚੁੱਕਿਆ ਜਿਹੜਾ ਤੁਸੀਂ ਮੈਨੂੰ ਪੁੱਛਿਆ। ਪਿਛਲੇ 30-40 ਸਾਲ ਪਹਿਲਾਂ ਤੱਕ ਇਹ ਸਵਾਲ ਜਿਉਂਦਾ ਸੀ ਪੰਜਾਬ ਦੀ ਫਿਜ਼ਾ ਦੇ ਵਿੱਚ, ਮੁਲਕ ਦੀ। ਲੇਕਿਨ ਹੁਣ ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਹੀ ਸਵਾਲ ਲੈ ਕੇ ਉੱਠੇ ਨਾ ਦੁਬਾਰਾ। ਹਾਂਜੀ, ਮੈਂ ਹੀ ਕਹਿ ਰਿਹਾ ਕਿ ਪਹਿਲਾਂ ਤਾਂ ਸਵਾਲ ਦਫਨ ਹੋ ਗਿਆ ਨਾ। ਅਸੀਂ ਇਸੇ ਕਰਕੇ ਸਵਾਲ ਲੈ ਕੇ ਉੱਠੇ, ਜਿਹੜਾ ਮੂਲ ਸਵਾਲ ਆ ਕਿ ਜਿਹੜੀਆਂ ਤਾਕਤਾਂ ਦੇ ਸਿਰ ਤੇ ਰਾਜ ਕਰਨਾ, ਪਹਿਲਾਂ ਉਹ ਤਾਕਤਾਂ ਹਾਸਲ ਕਰਨ ਦੀ ਲੜਾਈ ਲੜੀਏ। ਜਿੰਨਾ ਤਾਕਤਾਂ ਦੇ ਨਾਲ, ਤਾਕਤਾਂ ਤੋਂ ਭਾਵ ਇਹ ਹੈ ਕਿ ਤੁਹਾਡੇ ਕੋਲ ਰਾਜ ਕਰਨ ਦੀ ਤਾਕਤ। ਰਾਜ ਕਾਹਦੇ ਲਈ ਕਰਨਾ ਹੈ? ਲੋਕਾਂ ਦੇ ਕਲਿਆਣ ਲਈ ਰਾਜ ਕਰਨਾ ਹੈ। ਕਲਿਆਣ ਤਾਂ ਪਾਵਰ ਨਾਲ ਹੀ ਹੋਊਗਾ ਨਾ, ਪਾਵਰ ਤੋਂ ਬਿਨਾਂ ਤਾਂ ਕਲਿਆਣ ਹੋ ਨਹੀਂ ਸਕਦਾ। ਵੀ ਤੁਹਾਡੇ ਕੋਲ ਫੈਸਲੇ ਲੈਣ ਦੀ ਤਾਕਤ ਤੇ ਜਿਹੜੇ ਕਲਿਆਣ ਕਰਨ ਦੇ ਲਈ ਜਿਹੜੇ ਇਕਨੋਮਿਕਲ ਰਿਸੋਰਸਿਸ ਚਾਹੀਦੇ ਨੇ ਉਹ ਤੁਹਾਡੇ ਕੋਲ ਹੋਣ, ਤਾਂ ਹੀ ਕਰ ਪਾਉਂਗੇ। ਅਦਰਵਾਈਜ਼ ਤਾਂ ਮੈਂ ਸੋਨੇ ਦਾ ਬਣ ਜਾ, ਭਾਵੇਂ ਮੈਨੂੰ ਮੁੱਖ ਮੰਤਰੀ ਬਣਾ ਦਿਓ। ਮੈਂ ਨਹੀਂ ਕਹਿੰਦਾ ਵੀ ਮੈਨੂੰ ਚਾਹੇ ਬਣਾ ਦਿਓ CM ਸਵੇਰੇ, ਮੈਂ ਦਾਅਵਾ ਨਹੀਂ ਕਰਦਾ ਵੀ ਮੈਂ ਪੰਜਾਬ ਦਾ ਭਲਾ ਕਰ ਦੂੰਗਾ, ਨਹੀਂ ਕਰ ਸਕਦਾ। ਆਪਣੇ ਵਾਲੇ ਤਾਂ ਫੈਸਲੇ ਕਰੀ ਜਾਂਦੇ, ਕਹਿੰਦੇ ਅਸੀਂ ਤਾਂ ਫੈਸਲੇ ਕਰਦੇ ਹਾਂ। ਬੋਲਦੇ ਆ, ਝੂਠ ਬੋਲਦੇ ਆ। ਮੈਂ ਕਹਿੰਦਾ ਬਹਿ ਜਾਣ ਸਾਡੇ ਨਾਲ, ਜਿੱਦਣ ਮਰਜ਼ੀ ਤੁਸੀਂ ਡਿਬੇਟ ਕਰਾ ਲਓ ਆਪਣੇ ਚੈਨਲ ਦੇ ਉੱਤੇ, ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਬੰਦੇ ਸੱਦ ਲਓ, ਫਿਰ ਸਾਨੂੰ ਵੀ ਸੱਦ ਲਿਓ। ਪਰ ਹੁਣ ਇਲੈਕਸ਼ਨ ਦਾ ਸਮਾਂ ਚੱਲ ਰਿਹਾ ਹੈ, ਜਿਵੇਂ ਅਸੀਂ ਪਹਿਲਾਂ ਵੀ ਗੱਲ ਕੀਤੀ ਹੈ ਵੀ ਚੋਣ ਸਿਆਸਤ ਹੁਣ ਸ਼ੁਰੂ ਹੋ ਚੁੱਕੀ ਹੈ ਤੇ ਹਰ ਇੱਕ ਪਾਰਟੀ, ਹਰ ਇੱਕ ਸਿਆਸਤਦਾਨ ਨੇ ਦਾਅਵਾ ਕਰ ਰਿਹਾ ਵੀ ਅਸੀਂ ਭਲਾ ਕੀਤਾ ਲੋਕਾਂ ਦਾ ਜ਼ਿਆਦਾ, ਇੱਕ ਕਹਿੰਦਾ ਅਸੀਂ ਜ਼ਿਆਦਾ ਭਲਾ ਕੀਤਾ। ਸਾਰੇ ਇੱਕ ਖਿੱਚੋਤਾਣ 'ਚ ਲੱਗੇ ਹੋਏ ਨੇ। ਜਿੰਨੀ ਕੁ ਸੂਬੇਦਾਰੀ ਕੇਂਦਰ ਸਰਕਾਰ ਦਿੰਦੀ ਹੈ ਉਹ ਲੈਣ ਦੀ ਲੜਾਈ ਹੈ ਬਸ। ਠੀਕ ਹੈ, ਮੈਂ ਸਮਝੋ ਗੱਲ ਨੂੰ ਵੀ ਜਿੰਨੀ ਕੁ ਰਾਜ ਨੂੰ ਤਾਕਤ ਉਹਨਾਂ ਨੇ ਦਿੱਤੀ ਹੋਈ ਹੈ, ਨਿਗੂਣੀ ਤਾਕਤ, ਜਿਹਨੂੰ ਮੈਂ ਸੂਬੇਦਾਰੀ ਸ਼ਬਦ ਵਰਤ ਰਿਹਾ, ਉਹ ਸੂਬੇਦਾਰੀ ਲੈਣ ਦੀ ਲੜਾਈ ਹੈ। ਉਹ ਮਤਲਬ ਇਹਨਾਂ ਨੂੰ ਹੈ ਵੀ ਇਹ ਸੂਬੇਦਾਰੀ ਲਈ ਲੜਨਾ ਹੈ, ਸੂਬੇਦਾਰੀ ਲਈ ਲੜ ਰਹੇ ਆ ਬਸ। ਪੰਜਾਬ ਦੇ ਕਲਿਆਣ ਲਈ ਨਹੀਂ ਲੜ ਰਹੇ। ਕਿ ਇਹਨਾਂ ਲੋਕਾਂ ਨੂੰ ਜਾਂ ਇਹਨਾਂ ਸਿਆਸਤਦਾਨਾਂ ਨੂੰ, ਇਹਨਾਂ ਲੀਡਰਾਂ ਨੂੰ ਨਹੀਂ ਪਤਾ ਬਈ ਫੈਡਰਲ ਸਟਰਕਚਰ ਦੇ ਅਧੀਨ ਸੂਬਾ ਸਰਕਾਰ ਕੋਲ ਜਾਂ ਸੂਬੇ ਕੋਲ ਕਿਹੜੀਆਂ ਤਾਕਤਾਂ ਹੋਣੀਆਂ ਚਾਹੀਦੀਆਂ ਨੇ? ਸਭ ਕੁਝ ਪਤਾ, ਬੇਈਮਾਨ ਨੇ। ਮੈਂ ਤਾਂ ਕਹਿ ਰਿਹਾ ਵੀ ਇਹਨਾਂ ਦਾ ਕੰਸਰਨ ਹੀ ਨਹੀਂ ਹੈਗਾ। ਇਹਨਾਂ ਦਾ ਉਹ ਕੰਸਰਨ ਨਹੀਂ ਹੈਗਾ ਵੀ ਇਸ ਖਿੱਤੇ ਦੇ ਲਈ ਉਹ ਤਾਕਤ ਹਾਸਲ ਕੀਤੀ ਜਾਵੇ ਜਿਹਦੇ ਆਧਾਰ ਦੇ ਉੱਤੇ ਅਸੀਂ ਇਸ ਖਿੱਤੇ ਦਾ ਵਿਕਾਸ, ਖੁਦ ਮੁਖਤਿਆਰ ਵਿਕਾਸ ਕਰਨਾ ਹੈ, ਆਜ਼ਾਦ ਵਿਕਾਸ ਕਰਨਾ ਹੈ, ਕੁਦਰਤੀ ਹਾਲਤਾਂ ਦੇ ਮੁਤਾਬਕ, ਲੋਕਾਂ ਦੀ ਲੋੜਾਂ ਦੇ ਮੁਤਾਬਕ ਵਿਕਾਸ ਕਰਨਾ, ਜਿਹੜੇ ਸਮੁੱਚੇ ਸਰੋਕਾਰ ਨੇ ਸਾਡੇ। ਮੈਂ ਸਾਰਿਆਂ ਦੀ ਗੱਲ ਕਰਦਾ ਵੀ ਸਾਰਾ ਪਤਾ ਸਾਨੂੰ, ਐਜੂਕੇਸ਼ਨ, ਹੈਲਥ, ਬਿਜਲੀ, ਇਹ ਤਾਂ ਛੋਟੀਆਂ ਗੱਲਾਂ ਨੇ। ਉਸ ਤੋਂ ਬਿਨਾਂ ਵੀ ਜਿਹੜੀ ਤਾਕਤ ਆ ਜਿਹਦੇ ਸਿਰ ਦੇ ਉੱਤੇ ਤੁਸੀਂ ਆਪਣੇ ਇੱਥੇ ਮਾਡਲ ਲੈ ਕੇ ਆਉਣਾ, ਇੱਥੋਂ ਦੀ ਇਕੋਨਮੀ ਨੂੰ ਪ੍ਰਫੁੱਲਤ ਕਰਨ ਦਾ, ਇੱਥੋਂ ਦੀ ਰਿਲੀਜਨ ਦਾ, ਇਕੋਨਮੀ ਦਾ, ਪ੍ਰਸ਼ਾਸਨ ਦਾ, ਸੇਵਾਵਾਂ ਦੇ ਖੇਤਰ ਦੇ ਵਿੱਚ ਤੁਹਾਡਾ ਮਾਡਲ ਕੀ ਹੋਵੇ, ਉਹ ਮਾਡਲ ਦੇ ਬਾਰੇ ਸੋਚਣ ਤੋਂ ਪਹਿਲਾਂ ਤੁਹਾਡੇ ਕੋਲ ਪਾਵਰ ਹੋਣੀ ਚਾਹੀਦੀ ਹੈ। ਸਾਨੂੰ ਪਹਿਲਾਂ ਪਾਵਰ ਬਾਰੇ ਸੋਚਣਾ ਚਾਹੀਦਾ। ਠੀਕ ਆ, ਮਾਡਲ ਬਾਰੇ ਵੀ ਤੁਸੀਂ ਸੋਚ ਸਕਦੇ ਹੋ, ਪਰ ਪਾਵਰ ਹਾਸਲ ਕਰਨ ਦੇ ਲਈ ਪਹਿਲਾਂ ਤੁਹਾਨੂੰ ਸਟ੍ਰੈਟਜੀ ਬਣਾਉਣੀ ਪਊਗੀ ਜਿਹੜੀ ਤੁਹਾਡੇ ਕੰਸਰਨ ਦੇ ਵਿੱਚੋਂ ਨਿਕਲਦੀ ਹੁੰਦੀ ਹੈ, ਵੀ ਤੁਹਾਡਾ ਕੰਸਰਨ ਹੋਵੇ ਪਹਿਲਾਂ। ਲੇਕਿਨ ਭਾਜੀ ਇਲੈਕਸ਼ਨਾਂ ਦੇ ਵਿੱਚ ਕੁੱਦੀਆਂ ਹੋਈਆਂ ਤੇ ਉਹ ਝੂਠੇ ਦਾਅਵੇ ਕਰੀ ਜਾਂਦੇ ਵੀ ਅਸੀਂ ਇਹ ਕਰਦੇ ਇਹਨਾਂ ਦਾ ਕੰਸਰਨ ਹੀ ਨਹੀਂ ਹੈਗਾ। ਔਰ ਜਿਹੜੇ ਲੋਕ, ਮੈਂ ਕਹਿੰਦਾ ਕਿ ਇਹ ਪੋਲੀਟੀਕਲ ਰਿਪਰੈਜ਼ੈਂਟੇਸ਼ਨ ਪੰਜਾਬ ਦੀ ਨਹੀਂ ਹੈਗੀ, ਇਹ ਉਹਨਾਂ ਦੀ ਸੂਬੇਦਾਰੀ ਹੈ ਕੇਂਦਰ ਦੀ। ਤਾਂ ਹੀ ਸਾਨੂੰ ਲੱਗਦਾ ਜੀ, ਮੰਨਦੇ ਹਾਂ ਕਿ ਪੰਜਾਬ ਦੇ ਵਿੱਚ ਕੋਈ ਪੋਲੀਟੀਕਲ ਰਿਪਰੈਜ਼ੈਂਟੇਸ਼ਨ ਨਹੀਂ ਹੈਗੀ ਸਮੇਤ ਸ਼੍ਰੋਮਣੀ ਅਕਾਲੀ ਦਲ ਬਾਦਲ, ਉਹ ਖਤਮ ਹੋ ਚੁੱਕੀ ਹੈ। ਉਹ ਪਿਛਲੇ 75 ਸਾਲਾਂ ਤੋਂ ਇੱਕ ਸਮਾਂ ਅਕਾਲੀ ਦਲ ਫਾਈਟ ਜ਼ਰੂਰ ਕਰਦਾ ਰਿਹਾ ਉਹਨਾਂ ਨਾਲ, ਪਰ ਉਹ ਕਿਉਂਕਿ ਉਹ ਰਾਈਟਸ ਨਹੀਂ ਮਿਲੇ, ਇਸ ਕਰਕੇ ਇੱਥੇ ਇਸ ਸੂਬੇ ਦੀ ਸਰਕਾਰ
ਜਾਂ ਵੈਸੇ ਤਾਂ ਸਾਰੇ ਸੂਬਿਆਂ ਨਾਲ ਇਕੁਅਲ ਹੈ, ਮੈਂ ਕਿਉਂਕਿ ਮੈਂ ਪੰਜਾਬ ਨਾਲ ਸੰਬੰਧਿਤ ਮੈਂ ਤਾਂ ਗੱਲ ਕਰ ਰਿਹਾ। ਸਾਰੇ ਸੂਬਿਆਂ ਦੀਆਂ ਸਰਕਾਰਾਂ ਔਰ ਪੰਜਾਬ ਦੇ ਵਿੱਚ ਕਦੇ ਸਰਕਾਰ ਨਾਂ ਦੀ ਗੱਲ ਹੀ ਹੈ ਨਹੀਂ ਸੀਗੀ, ਕਿਉਂਕਿ ਸਰਕਾਰ ਉੱਥੇ ਹੁੰਦੀ ਹੈ ਜਿੱਥੇ ਪਾਵਰ ਹੁੰਦੀ ਹੈ। ਤੁਹਾਡੇ ਕੋਲ ਖਿੱਤੇ ਦੀ ਰਹਿਨੁਮਾਈ ਕਰਨ ਵਾਸਤੇ, ਉਹਦਾ ਵਿਕਾਸ ਕਰਨ ਵਾਸਤੇ, ਉਹਦੀ ਖੁਸ਼ਹਾਲੀ ਲਈ ਕੰਮ ਕਰਨ ਵਾਸਤੇ ਜਿਹੜੀ ਪਾਵਰ ਉਹ ਨਹੀਂ ਹੈਗੀ, ਤਾਂ ਫਿਰ ਰਾਜ ਕਿਹੜੀ ਗੱਲ ਦਾ? ਰਾਜ ਫਿਰ ਉਹਨਾਂ ਦਾ ਜਿਨ੍ਹਾਂ ਕੋਲੇ ਪਾਵਰ ਹੈ। ਲੇਕਿਨ ਸੂਬਾ ਸਰਕਾਰਾਂ ਨੂੰ ਪਾਵਰ ਕੌਣ ਦਿੰਦਾ? ਸੰਵਿਧਾਨ ਦਿੰਦਾ। ਲੇਕਿਨ ਫਿਰ ਤੁਸੀਂ ਸਿੱਧੇ ਤੌਰ ਤੇ ਗੱਲ ਇਹ ਕਹਿ ਰਹੇ ਹੋ ਵੀ ਅਸੀਂ ਸੰਵਿਧਾਨ ਦੇ ਵਿੱਚ ਸੋਧਾਂ ਜਿਹੜੀਆਂ ਹੋਣੀਆਂ ਚਾਹੀਦੀਆਂ ਨੇ ਉਹ ਕਰਵਾਵਾਂਗੇ। ਸੋਧਾਂ ਕਿਉਂ ਕਰਾਵਾਂਗੇ? ਸੰਵਿਧਾਨ 'ਚ ਲਿਖਿਆ ਹੋਇਆ ਕਿ ਜਿਹੜਾ ਇਹ ਮੁਲਕ ਹੈ ਉਹ ਇੱਕ ਫੈਡਰਲ ਸਟੇਟ ਹੈ। ਸੰਵਿਧਾਨ ਦੇ ਵਿੱਚ ਲਿਖ ਕੇ ਮੁੱਕਰੀ ਹੋਈ ਹੈ ਭਾਰਤੀ ਹਕੂਮਤ, ਤਾਂ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ। ਉਹ ਤਾਂ ਮੁੱਕਰੀ ਜਿਹੜੇ ਬਾਕੀ ਸੂਬੇ ਨੇ ਉਹ ਕਦੀ ਆਵਾਜ਼ ਕਿਉਂ ਨਹੀਂ ਚੁੱਕਦੇ? ਆਵਾਜ਼ ਗੱਲ ਤਾਂ ਹੀ ਹੈ ਨਾ। ਫਿਰ ਹੁਣ ਇੱਕ ਸਵਾਲ ਇਹਦੇ ਪਿੱਛੇ ਹੀ ਚਲੇ ਜਾਈਏ ਆਪਾਂ ਥੋੜ੍ਹਾ ਜਿਹਾ ਰੀਸੈਂਟਲੀ ਆਹ ਅੰਦੋਲਨ ਆਪਾਂ ਸਾਰੇ ਜਣੇ ਮਤਲਬ ਪੰਜਾਬ ਜਿਹੜਾ ਆ ਉਹ ਅੰਦੋਲਨ ਦੀ ਅਗਵਾਈ ਕਰਕੇ ਹੈ ਨਾ ਦੂਜੇ ਖਿੱਤਿਆਂ ਦੇ ਲੋਕਾਂ ਨੂੰ, ਕਿਸਾਨਾਂ ਨੂੰ ਨਾਲ ਲੈ ਕੇ ਜਿੱਤ ਕੇ ਆਇਆ, ਕੇਂਦਰ ਸਰਕਾਰ ਨੂੰ ਝੁਕਾ ਕੇ ਆਇਆ। ਉਦੋਂ ਵੀ ਕੇਂਦਰ ਸਰਕਾਰ ਇਦਾਂ ਕਹਿੰਦੀ ਸੀਗੀ ਹੈ ਨਾ। ਮੈਨੂੰ ਪਤਾ ਹੈ ਤੁਹਾਡਾ ਸਵਾਲ ਨਹੀਂ ਗਾ, ਇਹ ਸਵਾਲ ਉਹਨਾਂ ਲੋਕਾਂ ਦਾ, ਵਧੀਆ ਗੱਲ ਹੈ, ਤੁਹਾਨੂੰ ਪੁੱਛ ਲੈਣਾ ਚਾਹੀਦਾ। ਜਿਹੜੇ ਕਹਿੰਦੇ ਆ ਵੀ ਤੁਹਾਨੂੰ ਪੰਜਾਬ ਨੂੰ ਤਕਲੀਫ ਹੁੰਦੀ ਹੈ ਜੀ ਹਰ ਵਾਰ। ਉਹ ਜਦੋਂ ਇਹ ਅੰਦੋਲਨ ਸ਼ੁਰੂ ਹੋਇਆ ਸੀ ਉਦੋਂ ਵੀ ਇਹ ਕਹਿੰਦੇ ਸੀ। ਪੰਜਾਬ ਦੀ ਵੀ ਗੱਲ ਨਹੀਂ ਹੁਣ ਪਾਉਂਗੇ, ਪੰਜਾਬ ਦਾ ਚਲੋ ਹੈਗਾ, ਤੁਸੀਂ ਪੰਜਾਬ 'ਚ ਰਹਿੰਦੇ ਹੋ, ਲੇਕਿਨ ਜੋ ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਜੋ ਆਵਾਜ਼ ਚੁੱਕ ਰਿਹਾ ਹੈ, ਬਾਕੀ ਸਿਆਸੀ ਪਾਰਟੀਆਂ ਕਿਉਂ ਨਹੀਂ ਚੁੱਕਦੀਆਂ? ਮੈਂ ਇਹ ਪਾਰਟੀਆਂ ਇੱਥੋਂ ਦੀਆਂ ਪਾਰਟੀਆਂ ਨਹੀਂ ਚੁੱਕਦੀਆਂ। ਮੈਂ ਤਾਂ ਪਹਿਲਾਂ ਹੀ ਕਹਿ ਰਿਹਾ ਕਿ ਇਹਨਾਂ ਦਾ ਕੰਸਰਨ ਹੀ ਨਹੀਂ ਹੈਗਾ ਵੀ ਇਸ ਖਿੱਤੇ ਦੀ ਜਿਹੜੀ ਖੁਦਮੁਖਤਿਆਰੀ ਹੈ, ਖੁਦਮੁਖਤਿਆਰੀ ਕਹਿ ਰਿਹਾ ਮੈਂ ਕੋਈ ਵੱਖਵਾਦ ਦੀ ਗੱਲ ਨਹੀਂ ਕਰ ਰਿਹਾ। ਖੁਦਮੁਖਤਿਆਰੀ ਖਿੱਤੇ ਦੀ ਹੋਵੇ, ਅਲਾਈਡ ਉਹਨੇ ਉਹ ਸਟੇਟ ਦਾ, ਇੰਡੀਅਨ ਮਤਲਬ ਜਿਹੜਾ ਸਟੇਟ ਆ, ਭਾਰਤੀ ਰਾਜ ਆ ਜਿਹੜਾ, ਉਹਦਾ ਪਾਰਟ ਹੋਵੇ, ਪਰ ਖੁਦਮੁਖਤਿਆਰੀ ਹੋਵੇ ਉਹਦੇ ਕੋਲੇ, ਆਪਣੇ ਫੈਸਲੇ ਆਪ ਲੈਣ ਦੀ, ਆਪਣੇ ਤਰੀਕੇ ਨਾਲ ਆਪਣੇ ਖਿੱਤੇ ਦਾ ਵਿਕਾਸ ਕਰਨ ਦੀ। ਮੈਂ ਉਹਦੇ ਤੋਂ ਬਾਹਰ ਹੋਣ ਦੀ ਗੱਲ ਨਹੀਂ ਕਰ ਰਿਹਾ। ਮੈਂ ਸਪਸ਼ਟ ਕਰਦੇ ਹਾਂ ਇਸ ਗੱਲ ਨੂੰ ਕਿ ਵਿਦਨ ਦਾ ਪਾਰਟ ਆਫ ਇੰਡੀਅਨ ਸਟੇਟ ਅਸੀਂ ਖੁਦਮੁਖਤਿਆਰੀ ਦੀ ਗੱਲ ਕਰ ਰਹੇ ਹਾਂ, ਸਾਡੇ ਹੱਕਾਂ ਦੀ ਗੱਲ ਕਰ ਰਹੇ ਹਾਂ ਜਿਹੜੇ ਸਾਰੇ ਸੂਬਿਆਂ ਨੂੰ ਮਿਲਣੇ ਚਾਹੀਦੇ। ਔਰ ਅਸੀਂ ਨਵੇਕਲੀ ਗੱਲ ਨਹੀਂ ਕਰ ਰਹੇ। ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਇਹ ਸਿਸਟਮ, ਔਰ ਤੇ ਜੈਨੂਨ ਡੈਮੋਕ੍ਰੇਸੀਜ਼ ਨੇ, ਬੜੀਆਂ ਕਮਾਲ ਦੀਆਂ ਡੈਮੋਕ੍ਰੇਸੀਜ਼ ਨੇ ਉੱਥੇ। ਜੇ ਤੁਸੀਂ ਕੈਨੇਡਾ ਦੀ ਗੱਲ ਕਰ ਲਓ, ਉੱਥੋਂ ਦਾ ਵੱਖਰਾ ਕਨਸਟੀਟਿਊਸ਼ਨ, ਵੱਖਰੀ ਸੁਪਰੀਮ ਕੋਰਟ, ਵੱਖਰਾ ਫਲੈਗ ਆ। USA ਦੇ ਵਿੱਚ ਵੀ ਇਦਾਂ ਹੀ ਆ। ਇਹ ਵੀ ਯੂਨੀਅਨ ਆਫ ਇੰਡੀਆ ਸੀਗਾ, ਤਾਂ ਜਦੋਂ 600 ਰਿਆਸਤਾਂ ਨੂੰ ਖਤਮ ਕਰਕੇ ਉਹਨਾਂ ਨੂੰ ਇਹ ਕਹਿ ਕੇ ਸ਼ਾਮਲ ਕੀਤਾ ਗਿਆ ਸੀਗਾ ਕਿ ਤੁਹਾਡੇ ਕੋਲ ਆਪਣੇ ਆਪਣੇ ਰਾਜਾਂ ਦੀ ਤੁਸੀਂ ਪਾਰਟ ਹੋਵੋਗੇ, ਸਾਡਾ ਯੂਨੀਅਨ ਆਫ ਇੰਡੀਆ ਦਾ ਪਾਰਟ ਹੋਵੋਗੇ। ਪਟੇਲ ਸਾਹਿਬ ਵੱਲੋਂ ਇਹ ਗੱਲਾਂ ਕਹੀਆਂ ਗਈਆਂ, ਰਿਕਾਰਡ 'ਚ ਪਿਆ ਸਾਰਾ ਕੁਝ, ਆਪਾਂ ਚੱਕ ਕੇ ਦੇਖ ਸਕਦੇ ਹਾਂ ਕਿ ਤੁਹਾਡੇ ਕੋਲ ਤੁਸੀਂ ਖੁਦਮੁਖਤਿਆਰੀ, ਪੰਜਾਬ ਨੂੰ ਖਾਸ ਕਰਕੇ ਨਹਿਰੂ ਸਾਹਿਬ ਤੇ ਪਟੇਲ ਹੋਰਾਂ ਨੇ ਕਿਹਾ ਸੀਗਾ ਕਿ ਤੁਸੀਂ ਆਪਣੇ ਆਜ਼ਾਦ ਰਾਜ ਵਰਗਾ ਅਹਿਸਾਸ ਜਿਹੜਾ ਹੈਗਾ ਉੱਥੇ ਕਰੋਗੇ, ਵੀ ਤੁਹਾਨੂੰ ਐਂ ਲੱਗੂਗਾ ਵੀ ਸਾਡਾ ਆਪਣਾ ਹੀ ਰਾਜ ਹੈ। ਪਰ ਉਹ ਦੂਜੇ ਸੂਬਿਆਂ ਨਾਲ ਵੀ ਨਹੀਂ ਦਿੱਤਾ ਗਿਆ, ਪਰ ਪੰਜਾਬ ਨਾਲ ਤਾਂ ਵਾਅਦਾ ਕੀਤਾ ਗਿਆ ਸੀ, ਪੰਜਾਬ ਨਾਲ ਵਾਅਦਾ ਖਿਲਾਫੀ ਹੋਈ ਹੈ। ਔਰ ਅਸੀਂ ਇਹ ਮੰਨਦੇ ਹਾਂ ਕਿ ਡੈਮੋਕ੍ਰੇਸੀ ਜੇ ਇਸ ਦੇਸ਼ ਦੇ ਵਿੱਚ ਹੈਗੀ ਹੈ ਤੇ ਕਨਸਟੀਟਿਊਸ਼ਨ ਨੂੰ ਸੁਪਰੀਮ ਮੰਨਿਆ ਜਾਂਦਾ, ਤਾਂ ਕਨਸਟੀਟਿਊਸ਼ਨ ਦੇ ਵਿੱਚ ਲਿਖਿਆ ਹੋਇਆ ਕਿ ਇਹ ਫੈਡਰਲ ਸਟੇਟ ਆ ਜਾਂ ਫੈਡਰਲਿਜ਼ਮ ਵੱਲ ਨੂੰ ਇਸ ਦੇਸ਼ ਨੇ ਵਧਣਾ, ਇਸ ਡੈਮੋਕ੍ਰੇਸੀ ਨੇ ਵਧਣਾ, ਤਾਂ ਫੈਡਰਲ ਰਾਈਟਸ ਨੇ ਜਿਹੜੇ ਸੂਬਿਆਂ ਦੇ ਉਹਨਾਂ ਨੂੰ ਦਿਓ ਪਹਿਲਾਂ। ਭਾਜੀ ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਕੀ ਇਸ ਸਵਾਲ ਨੂੰ, ਇਸ ਮੰਗ ਨੂੰ, ਜਿਹੜੀ ਇਹ ਮੰਗ ਹੈ ਵੀ ਸੂਬਿਆਂ ਦੇ ਅਧਿਕਾਰ ਉਹਨਾਂ ਨੂੰ ਮਿਲਣੇ ਚਾਹੀਦੇ ਨੇ ਆਪਣੇ, ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਕੱਲੇ ਤੁਰ ਕੇ ਜੋ ਹੈ ਇਹ ਹੱਕ ਲੈ ਸਕਦੇ ਹੋ? ਇਹ ਜਦੋਂ ਨਾ 1920 ਦੇ ਵਿੱਚ ਅਕਾਲੀ ਦਲ ਬਣਿਆ ਸੀਗਾ, ਮੈਂ ਹੁਣ ਅਕਾਲੀ ਦਲ ਦੀ ਜਿਹੜੀ ਸਾਨੂੰ ਸ਼ਹੀਦਾਂ ਅਕਾਲੀ ਦਲ ਬਣਾਉਣ ਦੀ ਵੀ ਕਿਉਂ ਲੋੜ ਪਈ, ਉਸ ਵਕਤ ਵੀ ਇੱਥੇ ਪੰਜਾਬ ਦੇ ਵਿੱਚ, ਪੰਜਾਬ ਦੀ ਜਿਹੜਾ ਉਦੋਂ ਵੱਡਾ ਪੰਜਾਬ ਸੀਗਾ, ਮਹਾਂ ਪੰਜਾਬ ਸੀਗਾ ਉਦੋਂ, ਤਾਂ ਉਹ ਵੱਡਾ ਪੰਜਾਬ ਸੀਗਾ ਜਿਹੜਾ ਉਦੋਂ ਸ਼੍ਰੋਮਣੀ ਅਕਾਲੀ ਦਲ ਬਣਿਆ। ਕਾਹਦੇ ਵਾਸਤੇ? ਗੁਰਦੁਆਰਿਆਂ, ਧਾਰਮਿਕ ਸਮਾਜਿਕ ਸੁਧਾਰਾਂ ਵਾਸਤੇ, ਠੀਕ ਹੈ। ਉਦੋਂ ਤੁਰਿਆ ਤੇ ਉਦੋਂ ਸਾਡੀ ਫਾਈਟ ਦੇਖੋ, ਸਾਡੇ ਉੱਤੇ ਇੱਕ ਵਿਦੇਸ਼ੀ ਹਕੂਮਤ ਰਾਜ ਕਰਦੀ ਸੀਗੀ, ਤੇ ਉਦੋਂ ਉਹਨਾਂ ਨੇ ਫਾਈਟ ਸ਼ੁਰੂ ਕੀਤੀ। ਜੈਤੋ ਦਾ ਮੋਰਚਾ, ਚਾਬੀਆਂ ਦਾ ਮੋਰਚਾ, ਨਨਕਾਣਾ ਸਾਹਿਬ ਦਾ ਮੋਰਚਾ, ਉਹ ਸਾਰੀਆਂ ਲੜਾਈਆਂ ਲੜੀਆਂ। ਗੁਰਦੁਆਰਿਆਂ ਨੂੰ ਮਹੰਤਾਂ ਤੋਂ ਆਜ਼ਾਦ ਕਰਵਾਇਆ, ਗੁਰਦੁਆਰਿਆਂ ਦਾ ਅਸਲ ਵਜੂਦ ਬਹਾਲ ਕੀਤਾ। ਉਹ ਲੜਾਈਆਂ ਉਹਨਾਂ ਨੇ ਉਦੋਂ ਸ਼ੁਰੂ ਕੀਤੀਆਂ, ਤੇ ਆਜ਼ਾਦੀ ਦੀ ਲੜਾਈ ਤੋਂ ਬਾਅਦ ਵੀ ਫਿਰ ਪੰਜਾਬੀ ਸੂਬੇ ਦਾ ਮੋਰਚਾ, ਐਮਰਜੈਂਸੀ ਦਾ ਮੋਰਚਾ, ਅਕਾਲੀ ਦਲ ਹੀ ਲੜਾਈਆਂ ਸ਼ੁਰੂ, ਉਦੋਂ ਅਕਾਲੀ ਦਲ ਹੀ ਉਹ ਫਾਈਟ ਕਰਦਾ ਰਿਹਾ। ਪੰਜਾਬੀ ਸੂਬੇ ਦੀ ਗੱਲ ਫਿਰ ਕਾਂਗਰਸ ਤੋਂ ਤਾਂ ਲੜ ਕੇ ਲਿਆ ਆਪਾਂ। ਹੋਰ ਵੀ ਕੁਝ ਪਾਰਟੀਆਂ, ਪੋਲੀਟੀਕਲ ਪਾਰਟੀਆਂ ਇੱਥੇ ਵਜੂਦ 'ਚ ਹੈਗੀਆਂ ਸੀ ਛੋਟੀਆਂ ਵੱਡੀਆਂ, ਉਹਨਾਂ ਨੇ ਵੀ ਉਹ ਗੱਲ ਨਹੀਂ ਕੀਤੀ, ਅਕਾਲੀ ਦਲ ਨੇ ਉਹ ਗੱਲ ਕੀਤੀ ਤੇ ਪੰਜਾਬੀ ਸੂਬਾ ਲਿਆ। ਭਾਵੇਂ ਕਿ ਅਸੀਂ ਇਹ ਮੰਨਦੇ ਹਾਂ ਕਿ ਪੰਜਾਬੀ ਬੋਲਦੇ ਇਲਾਕੇ ਉਦੋਂ ਰਲਵੀਂ ਮਿਲਵੀਂ ਸਿਆਸਤ ਦੇ ਤਹਿਤ ਜਿਹੜੇ ਰਹਿ ਗਏ ਪੰਜਾਬ ਤੋਂ ਬਾਹਰ, ਉਹ ਜਿੱਦਾਂ ਸਾਨੂੰ ਪੰਜਾਬੀ ਸੂਬੇ ਦਾ ਜਿਹੜਾ ਵਾਅਦਾ ਨਹਿਰੂ ਗਵਰਨਮੈਂਟ ਨੇ ਸਾਡੇ ਨਾਲ ਕੀਤਾ ਸੀਗਾ ਉਹ ਪੂਰਾ ਨਹੀਂ ਕੀਤਾ ਗਿਆ। ਪੰਜਾਬ ਦੇ ਬਹੁਤ ਸਾਰੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਤੋਂ ਬਾਹਰ ਪਏ ਆ। ਉਹਦੇ ਉੱਤੇ ਵੀ ਅਸੀਂ ਪ੍ਰੈਸ ਕਾਨਫਰੰਸ ਦੇ ਵਿੱਚ ਗੱਲ ਕਰਕੇ ਆਏ ਹਾਂ ਕਿ ਇਸ ਵਕਤ ਉਹ 66 ਵਾਲੀ ਮਰਦਮਸ਼ੁਮਾਰੀ ਨਹੀਂ ਚੱਲਣੀ। ਪੰਜਾਬ ਦੀ ਮੁੜ ਮਰਦਮਸ਼ੁਮਾਰੀ ਹੋਵੇ ਨਾਲ ਲੱਗਦੇ ਸਰਹੱਦੀ ਪੰਜਾਬੀ ਬੋਲਦੇ ਇਲਾਕਿਆਂ ਦੀ, ਔਰ ਮੁੜ ਮਰਦਮਸ਼ੁਮਾਰੀ ਕਰਕੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦਿਓ, ਆਪਣਾ ਵਾਅਦਾ ਪੂਰਾ ਕਰੋ ਜਿਹੜਾ ਤੁਸੀਂ ਸਾਡੇ ਨਾਲ ਕੀਤਾ ਹੋਇਆ। ਔਰ ਫਿਰ ਉਸ ਤੋਂ ਬਾਅਦ ਦੀਆਂ ਜਿਹੜੀਆਂ ਸਾਰੀਆਂ ਲੜਾਈਆਂ ਨੇ, ਅਸੀਂ ਅੱਜ ਇਹ ਗੱਲ ਕਰਦੇ ਹਾਂ ਕਿ ਇਹ ਗੱਲ ਸ਼ੁਰੂ ਤਾਂ ਕਰੀਏ ਨਾ ਆਪਾਂ, ਭਾਵੇਂ ਕਿ ਅਸੀਂ ਅੱਜ ਸਾਡੀ ਇੱਕੋ ਇੱਕ ਪਾਰਟੀ ਹੈ ਜਿਹੜੀ ਗੱਲ ਇਹ ਅੱਜ ਕਹਿ ਰਹੀ ਹੈ ਕਿ ਇਹ ਗੱਲ ਹੋਣੀ ਚਾਹੀਦੀ ਹੈ। ਕਿਸੇ ਪੋਲੀਟੀਕਲ ਪਾਰਟੀ ਦੇ ਏਜੰਡੇ ਤੇ ਇਹ ਗੱਲਾਂ ਨਹੀਂ ਹੈਗੀਆਂ।
ਅੱਜ ਅਸੀਂ ਇਕੱਲੇ ਹਾਂ ਔਰ ਅਸੀਂ ਇਸੇ ਕਰਕੇ ਇਹ ਗੱਲ ਕਹਿ ਰਹੇ ਹਾਂ ਕਿ ਜਿਸ ਵਿਧਾਨਕ ਤਾਕਤ ਨੂੰ ਹਾਸਲ ਕਰਨ ਦੇ ਲਈ ਚੋਣਾਂ ਦੇ ਵਿੱਚ ਜਾਣਾ, ਉਹ ਵਿਧਾਨਕ ਤਾਕਤ ਐਗਜ਼ਿਸਟ ਹੀ ਨਹੀਂ ਕਰਦੀ। ਇਸ ਕਰਕੇ ਲੋਕਾਂ ਨੂੰ ਕਨਵਿੰਸ ਕਰ ਸਕੋਗੇ? ਸਿਆਸੀ ਪਾਰਟੀਆਂ ਦੀ ਮੈਂ ਗੱਲ ਨਹੀਂ ਕਰਦਾ, ਕਿਉਂਕਿ ਉਹ ਤਾਂ ਪਹਿਲਾਂ ਤੋਂ ਹੀ ਸਾਡੇ ਸੂਬੇ 'ਚ, ਪੰਜਾਬ ਦੇ ਵਿੱਚ ਸੱਤਾ ਤਾਂ ਸੁੱਖ ਮਾਣ ਰਹੀਆਂ ਨੇ, ਪਰ ਲੋਕਾਂ ਨੂੰ ਤੁਸੀਂ ਆਪਣੇ ਨਾਲ ਜੋੜ ਸਕੋਗੇ, ਕਨਵਿੰਸ ਕਰ ਸਕੋਗੇ ਇਸ ਗੱਲ ਤੇ? ਇਹੀ ਤਾਂ ਸਾਡੀ ਫਾਈਟ ਹੈ, ਇਹ ਲੜਾਈ ਸਾਨੂੰ ਲੜਨੀ ਪੈਣੀ ਹੈ। ਸਭ ਤੋਂ ਪਹਿਲਾਂ ਤਾਂ ਲੋਕਾਂ ਨੂੰ ਚੇਤੰਨ ਕਰਨਾ ਪੈਣਾ ਇਸ ਗੱਲ ਦੇ ਲਈ ਵੀ ਭਾਈ ਜਿਸ ਖਿੱਤੇ ਦੇ ਵਿੱਚ ਤੁਸੀਂ ਰਹਿ ਰਹੇ ਹੋ, ਜਿਹੜੀਆਂ ਤੁਸੀਂ ਆਪਣੀਆਂ ਸਮੱਸਿਆਵਾਂ ਦੇ ਹੱਲ ਦੇ ਲਈ ਹਨਾ ਇਹਨਾਂ ਨੂੰ ਵੋਟਾਂ ਪਾਉਂਦੇ ਹੋ, ਉਹ ਹੱਲ ਇਦਾਂ ਨਹੀਂ ਹੋਣਾ, ਉਹ ਹੱਲ ਇਦਾਂ ਹੋਣਾ ਹੈ। ਇਹ ਲੰਬੀ ਲੜਾਈ ਹੈ। ਜੇ ਕੋਈ ਸਿਆਸੀ ਪਾਰਟੀਆਂ ਨਹੀਂ ਚੱਲਦੀਆਂ ਇੱਧਰਲੇ ਪਾਸੇ ਨੂੰ, ਜਦੋਂ ਤੁਸੀਂ ਗੱਲ ਕਹਿ ਰਹੇ ਹੋ, ਫਿਰ ਕੀ ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਜੋ ਹੈ ਉਹ ਖੁਦ ਵੀ ਚੋਣ ਮੈਦਾਨ ਦੇ ਵਿੱਚ ਉਤਰੇਗੀ, ਉਮੀਦਵਾਰ ਉਤਾਰੇਗੀ? ਨਹੀਂ, ਮੈਂ ਤਾਂ ਪਹਿਲਾਂ ਕਿਹਾ ਤੁਹਾਨੂੰ ਕਿ ਸਾਡੀ ਫਾਈਟ ਉਹ ਆ ਕਿ ਅਸੀਂ ਉਹ ਲੜਾਈ ਲੜਨੀ ਹੈ ਜਿਹਦੇ ਤਹਿਤ ਸਾਨੂੰ ਉਹ ਤਾਕਤਾਂ ਹਾਸਲ ਹੋਣ ਜਿਹਦੇ ਨਾਲ ਅਸੀਂ ਇਸ ਖਿੱਤੇ ਦਾ ਵਿਕਾਸ ਕਰ ਸਕਦੇ ਹਾਂ। ਜਿੰਨਾ ਚਿਰ ਤੱਕ ਉਹ ਤਾਕਤਾਂ ਲੜ ਕੇ ਅਸੀਂ ਹਾਸਲ ਨਹੀਂ ਕਰਦੇ, ਉਹਨਾਂ ਪਹਿਲਾਂ ਮੈਂ ਕਿਹਾ ਕਿ ਸਾਡਾ ਟੈਕਟੀਕਲ ਇਸ਼ੂ ਆ। ਜੇ ਸਾਡੀ ਫਾਈਟ ਨੂੰ ਇਲੈਕਸ਼ਨ 'ਚ ਸਰਵ ਕਰਦੇ ਹੋਣਗੇ, ਸਾਡੇ ਪਾਰਟਿਸਪੇਸ਼ਨ ਨੂੰ, ਸਾਡੇ ਉਮੀਦਵਾਰ ਖੜੇ ਕਰਕੇ, ਤਾਂ ਅਸੀਂ ਲੜ ਲਵਾਂਗੇ। ਜੇ ਸਾਨੂੰ ਲੱਗਦਾ ਕਿ ਇਹ ਫਾਈਟ ਜਿਹੜੀ ਹੈਗੀ ਸਾਨੂੰ ਹੋ ਸਕਦਾ, ਮੰਨ ਲਓ ਅੱਜ ਇੱਕ ਪਰਸੈਪਸ਼ਨ ਬਣੀ ਹੋਈ ਹੈ ਲੋਕਾਂ ਦੇ ਮਾਈਂਡ ਦੇ ਵਿੱਚ ਵੀ ਜਿਹੜਾ ਵੀ ਪਾਰਟੀ ਬਣਾਉਂਦਾ ਇਲੈਕਸ਼ਨ ਲੜਨ ਲੱਗਿਆ ਝੂਠੇ ਵਾਅਦੇ ਕੀਤੇ ਜਾਂਦੇ, ਇਹਨਾਂ ਨੇ ਬਾਅਦ 'ਚ ਮੁੱਕਰ ਜਾਣਾ। ਤੇ ਜੇ ਸਭ ਤੋਂ ਵੱਡੀ ਗੱਲ ਕਿਸੇ ਵੀ ਮਾਸ ਆਰਗੇਨਾਈਜੇਸ਼ਨ ਵਾਸਤੇ, ਕਿਸੇ ਵੀ ਰਾਜਨੀਤਿਕ ਤੇ ਗੈਰ ਰਾਜਨੀਤਿਕ ਸੰਸਥਾ, ਜਥੇਬੰਦੀ ਜਾਂ ਪਾਰਟੀ ਵਾਸਤੇ ਸਭ ਤੋਂ ਪ੍ਰਾਈਮ ਗੱਲ ਇਹ ਹੁੰਦੀ ਹੈ ਕਿ ਲੋਕ ਉਹਦੇ ਤੇ ਵਿਸ਼ਵਾਸ ਕਰਨ। ਠੀਕ ਹੈ, ਤੇ ਖਾਸ ਕਰਕੇ ਜਿਨ੍ਹਾਂ ਨੇ ਲੋਕਾਂ ਲਈ ਲੜਨਾ ਤੇ ਜੂਝਣਾ ਆ, ਉਹਨਾਂ ਵਾਸਤੇ ਤਾਂ ਉਦੋਂ ਵੀ ਜ਼ਿਆਦਾ ਜ਼ਰੂਰੀ ਹੈ। ਤਾਂ ਜੇ ਅੱਜ ਇਹ ਸਿਚੁਏਸ਼ਨ ਬਣੀ ਹੋਈ ਆ ਔਰ ਤੁਸੀਂ ਨਵੇਂ ਹੋ, ਅੱਜ ਤੁਰੇ ਹੋ, ਤੇ ਇਸ ਕਰਕੇ ਲੋਕਾਂ ਦੇ ਵਿੱਚ ਸਿਚੁਏਸ਼ਨ, ਉਹਨਾਂ ਨੇ ਤੁਹਾਡੇ ਤੇ ਜਿਹੜੀ ਅਸਲ ਫਾਈਟ ਤੁਸੀਂ ਕਰਨੀ ਉਹਦੇ ਤੇ ਵੀ ਉਹਨਾਂ ਨੇ ਸ਼ੱਕ ਕਰਨਾ ਵੀ ਇਹਨਾਂ ਨੇ ਉਹ ਫਾਈਟ ਕੋਈ ਨਹੀਂ ਕਰਨੀ, ਉਹਦੀਆਂ ਇਹ ਸਿਰਫ ਗੱਲਾਂ ਕਰਦੇ ਨੇ, ਇਹਨਾਂ ਨੇ ਅਸਲ 'ਚ ਤਾਂ ਇਲੈਕਸ਼ਨ ਲੜ ਕੇ ਐਮਐਲਏ ਬਣਨਾ ਜਾਂ ਮੰਤਰੀ ਬਣਨਾ। ਸੋ ਇਸ ਕਰਕੇ ਸਾਨੂੰ ਅੱਜ ਇਹ ਗੱਲ ਲੱਗਦੀ ਹੈ ਕਿ ਸਾਨੂੰ ਪਹਿਲਾਂ ਤੁਰਨਾ ਚਾਹੀਦਾ, ਲੋਕਾਂ ਦਾ ਵਿਸ਼ਵਾਸ ਜਿੱਤਣਾ ਚਾਹੀਦਾ। ਜੇ ਸਾਨੂੰ ਇਹ ਗੱਲ ਲੱਗੂਗੀ ਕਿ ਇਸ ਪੰਜਾਬ ਅਸੈਂਬਲੀ ਦੇ ਵਿੱਚ ਜਿੰਨੀ ਵੀ ਤਾਕਤ ਹੈ, ਜਿੰਨੀ ਕੁ ਵੀ ਹੈਗੀ ਹੈ, ਉਹ ਫਿਰ ਜਿੱਦਣ ਅਸੀਂ ਇਲੈਕਸ਼ਨ ਦੇ ਵਿੱਚ ਆਵਾਂਗੇ, ਮੈਂ ਇੱਕ ਗੱਲ ਕਲੀਅਰ ਕਰ ਦਿੰਦਾ, ਉਦਣ ਆਵਾਂਗੇ ਜਿੱਦਣ ਅਸੀਂ ਵਜੂਦ 'ਚ ਹੋਵਾਂਗੇ, ਜਿੱਦਣ ਸਾਡੇ ਕੋਲ ਉਹ ਇਲੈਕਸ਼ਨਾਂ ਲੜ ਕੇ ਘੱਟੋ ਘੱਟ ਇੱਕ ਧਿਰ ਦੇ ਵਜੋਂ ਫਾਈਟ ਕਰਨ ਦੀ ਪਾਵਰ ਹੋਊਗੀ। ਪਰ ਅਸੀਂ ਲੋਕਾਂ ਨੂੰ ਸੱਚ ਬੋਲ ਕੇ ਆਵਾਂਗੇ ਵੀ ਭਾਈ ਜੇ ਤੁਸੀਂ ਸਾਨੂੰ ਜਿਤਾਉਣੇ ਹੋ, ਸਾਡੀ ਸਰਕਾਰ ਬਣਾ ਦਿਓਗੇ, ਤਾਂ ਇਸ ਵਿਧਾਨਕ ਢਾਂਚੇ ਦੇ ਵਿੱਚ ਇੰਨੀ ਕੁ ਤਾਕਤ ਹੈ। ਤੁਸੀਂ 10 ਗੱਲਾਂ ਮੰਗਦੇ ਹੋ, 2 ਦੇ ਸਕਦਾ ਤੁਹਾਨੂੰ, 8 ਨਹੀਂ ਮਿਲਣੀਆਂ। ਸਾਨੂੰ ਜਿਤਾ ਦਿਓ ਬੇਸ਼ੱਕ, ਪਰ ਅਸੀਂ 8-10 ਦਾ ਵਾਅਦਾ ਹੀ ਨਹੀਂ ਤੁਹਾਡੇ ਨਾਲ ਕਰਦੇ, 2 ਦਾ ਕਰਦੇ ਹਾਂ। 2 ਤੋਂ 1 ਇੰਚ ਪਿੱਛੇ ਨਹੀਂ ਹਟਦੇ, ਇਹ ਕਹਿ ਕੇ ਆਵਾਂਗੇ ਫਿਰ ਜਿੱਦਣ ਆਏ, ਜੇ ਆ ਗਏ ਤਾਂ। ਤੇ ਇਹ ਕਵਾਂਗੇ ਰਹਿੰਦੀਆਂ 8 ਵਾਸਤੇ ਫਿਰ ਆਪਾਂ ਬਤੌਰ ਤੁਹਾਡੀ ਸਰਕਾਰ ਲੜਾਂਗੇ। ਤੁਸੀਂ ਪ੍ਰੋਫੈਸਰ ਸਾਹਿਬ ਹੁਣ ਤਾਂ ਮਤਲਬ ਲੋਕਾਂ ਨੂੰ ਜਾਗਰੂਕ ਕਰੋਗੇ ਵੀ ਜਿਹੜੀ ਸੰਵਿਧਾਨਕ ਢਾਂਚਾ ਸਾਡੇ ਸੂਬੇ ਵਿੱਚ ਹੈਗਾ ਹੈ ਤੇ ਉਹਦੇ ਕੋਲ ਤਾਕਤ ਹੀ ਨਹੀਂ ਹੈਗੀ ਤੁਹਾਡੀਆਂ ਸਾਰੀਆਂ ਮੰਗਾਂ ਨੂੰ ਪੂਰਾ ਕਰਨ ਦੀ। ਠੀਕ ਹੈ ਗੱਲ, ਲੇਕਿਨ ਜਿਹੜਾ ਹੁਣ ਵੀ ਏਜੰਡਾ ਸਿਆਸੀ ਪਾਰਟੀਆਂ ਦਾ ਹੈਗਾ ਹੈ, ਉਹ ਏਜੰਡਾ ਨੌਕਰੀਆਂ ਦਾ ਲਾਰਾ ਲਾ ਦਿੰਦਾ, ਉਹ ਏਜੰਡਾ ਕਰਜ਼ਿਆਂ ਦਾ ਲਾਰਾ ਲਾ ਦਿੰਦਾ, ਉਹ ਏਜੰਡਾ ਨਸ਼ੇ ਨੂੰ ਖਤਮ ਕਰਨ ਦਾ ਲਾਰਾ ਲਾ ਦਿੰਦਾ, ਮਾਫੀਆ ਨੂੰ ਖਤਮ ਕਰਨ ਦਾ ਲਾਰਾ ਲਾ ਦਿੰਦਾ। ਪਰ ਹੁੰਦਾ ਜ਼ਮੀਨੀ ਪੱਧਰ 'ਤੇ ਕੁਛ ਵੀ ਨਹੀਂ। ਰਾਜੀਵਾਲ ਸਾਹਿਬ ਉਹਨਾਂ ਨੇ ਇੱਕ ਪਾਰਟੀ ਹੁਣ ਨਵੀਂ ਬਣਾਈ ਹੈ, ਮੈਂ ਤੁਹਾਡੇ ਕੋਲ ਇਹ ਵੀ ਸਵਾਲ ਪੁੱਛਣਾ ਸੀ ਵੀ ਆਪਣੀ ਬਣਾਈ ਹੈ, ਤੁਸੀਂ ਉੱਥੇ ਕਿਉਂ ਨਹੀਂ ਉਹਨਾਂ ਦੇ ਨਾਲ ਗੱਲਬਾਤ ਕਿਉਂ ਨਹੀਂ ਕੀਤੀ ਵੀ ਇਕੱਠੇ ਹੋ ਕੇ ਕਿਉਂ ਨਹੀਂ ਤੁਰੇ? ਉਹਨਾਂ ਕੋਲ ਵੀ ਏਜੰਡਾ ਕੀ ਹੈ? ਦੇਖੋ, ਇਕੱਠੇ ਹੋਣ ਦਾ ਸਵਾਲ ਤਾਂ ਇਹ ਹੈ ਵੀ ਜਿਹੜੀ ਗੱਲ ਅਸੀਂ ਕਰ ਰਹੇ ਹਾਂ, ਸਾਡਾ ਏਜੰਡਾ ਇਹ, ਇਸ ਏਜੰਡੇ ਦੇ ਉੱਤੇ ਪੰਜਾਬ ਛੱਡੋ ਸਾਰੇ ਦੇਸ਼ ਦੇ ਵਿੱਚ ਕਿਸੇ ਵੀ ਪਾਰਟੀ ਨਾਲ, ਕਿਸੇ ਵੀ ਗੈਰ ਸਿਆਸੀ ਜਥੇਬੰਦੀ ਨਾਲ, ਪਾਰਟੀ ਨਾਲ ਅਸੀਂ ਤੁਰਨ ਨੂੰ ਤਿਆਰ ਹਾਂ। ਪਰ ਅਸੀਂ ਏਜੰਡਾ ਬੇਸਡ ਯੂਨਿਟੀ ਹੋਊਗੀ ਸਾਡੀ, ਸਿਰਫ ਉੱਦਾਂ ਇਕੱਠੇ ਹੋਣਾ ਨਹੀਂ। ਉਹ ਤਾਂ ਇਕੱਠੇ ਜਿਹੜੇ ਲੋਕ ਹੁਣ ਹੋਣ ਦੀਆਂ ਗੱਲਾਂ ਕਰਦੇ ਆ ਜਾਂ ਸਾਨੂੰ ਵੀ ਲੋਕ ਸਲਾਹਾਂ ਦਿੰਦੇ ਆ, ਉਹ ਇਕੱਠੇ ਹੋਣ ਦੀਆਂ ਗੱਲਾਂ ਇਸ ਕਰਕੇ ਕਰਦੇ ਆ ਵੀ ਇਕੱਠੇ ਹੋ ਜਾਓ, ਸੀਟਾਂ 4-10 ਵੱਧ ਆ ਜਾਣਗੀਆਂ। ਉਹਨਾਂ ਦਾ ਏਜੰਡਾ ਤਾਂ ਆ ਇਕੱਠੇ ਹੋ ਕੇ, ਥੋੜ੍ਹਾ ਵੀ ਇਕੱਠੇ ਹੋ ਕੇ ਸਾਡੀ ਸਟਰੈਂਥ ਵੱਧ ਹੋ ਜਾਵੇ, ਲੋਕਾਂ ਦੇ ਵਿੱਚ ਲੜਾਈ ਜਿਹੜੀ ਹੈਗੀ ਉਹਦੀ ਲੜਾਈ ਦੀ ਗੱਲ ਲੈ ਕੇ ਜਾਣੀ ਸਾਡੀ ਸੁਖਾਲੀ ਹੋ ਜੂਗੀ। ਇਸ ਕਰਕੇ ਥੋੜ੍ਹਾ ਇਕੱਠੇ ਹੋਣਾ। ਇਕੱਠੇ ਹੋਣਾ ਕਿਹੜੀ ਗੱਲ ਵਾਸਤੇ ਹੈ, ਸਵਾਲ ਇਹ ਹੈ। ਔਰ ਉਹਨਾਂ ਦੀ ਪ੍ਰੈਸ ਕਾਨਫਰੰਸ ਤਾਂ ਤੁਸੀਂ ਵੀ ਸੁਣੀ ਹੈ, ਮੈਂ ਵੀ ਸੁਣੀ ਹੈ, 15 ਮਿੰਟ 'ਚ ਪ੍ਰੈਸ ਕਾਨਫਰੰਸ ਖਤਮ ਹੋ ਗਈ। ਠੀਕ ਹੈ, ਪ੍ਰੈਸ ਦੇ ਸਵਾਲ ਦਾ ਇੱਕ ਦਾ ਜਵਾਬ ਨਹੀਂ ਦਿੱਤਾ ਉਹਨਾਂ ਨੇ, ਢੁਕਵਾਂ ਜਵਾਬ ਨਹੀਂ ਦਿੱਤਾ। ਔਰ ਕੋਈ ਕਿਸੇ ਕਿਸਮ ਦਾ ਮਤਲਬ ਕਿ 22 ਜਥੇਬੰਦੀਆਂ ਨੇ ਪਾਰਟੀ ਬਣਾਈ ਹੈ। ਠੀਕ ਹੈ, ਕਾਫੀ 22 ਬੰਦੇ ਬਹੁਤ ਹੁੰਦੇ ਆ, ਉਹਨਾਂ ਦਾ ਫਿਰ ਵੀ ਇੱਕ ਮਾਸ ਬੇਸ ਪੰਜਾਬ ਦੇ ਵਿੱਚ ਹੈਗਾ, ਵਿਦਆਊਟ ਐਨੀ ਰਿਟਨ ਪ੍ਰੋਗਰਾਮ ਐਂਡ ਮਤਲਬ ਲੈਜਿਸਲੇਸ਼ਨ, ਕਿਸੇ ਵਿਧਾਨ ਦੇ ਪ੍ਰੋਗਰਾਮ ਤੋਂ ਬਿਨਾਂ ਉਹ ਪਾਰਟੀ ਹੋਣੀ ਚਾਹੀਏ। ਨਹੀਂ, ਮੇਰਾ ਸਵਾਲ ਉਹੀ ਸੀ ਵੀ ਕੀ ਏਜੰਡਾ ਕੀ ਆ? ਕੀ ਨੌਜਵਾਨਾਂ ਨੂੰ ਨੌਕਰੀਆਂ ਦੇਣਗੇ ਉਹ? ਕੀ ਪੰਜਾਬ ਦਾ ਕਰਜ਼ਾ, ਕਿਸਾਨਾਂ ਦਾ ਕਰਜ਼ਾ ਮਾਫ ਕਰਨਗੇ ਉਹ? ਕਿ ਨਸ਼ੇ ਦਾ ਖਾਤਮਾ ਹੋਏਗਾ? ਹੋਰ ਛੱਡੋ, ਜਿਹੜਾ ਮੋਰਚਾ ਦਿੱਲੀ ਲਾਇਆ ਸੀ ਅਸੀਂ MSP ਦੀ ਗਰੰਟੀ ਜਾਂ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਦੀ ਗਰੰਟੀ, ਕੀ ਉਹ ਮੋਰਚਾ ਦੇ ਸਕੇਗਾ ਜਾਂ ਉਹ ਪਾਰਟੀ ਦੇ ਸਕੇਗੀ? ਗੱਲ ਇਹੀ ਹੁੰਦੀ ਹੈ ਨਾ, ਕਹਿੰਦੇ ਵੀ ਤੂੰ ਝੂਠਾ ਲੱਗਦਾ ਨਹੀਂ, ਤੇਰੇ ਜਿਹੜੇ ਕੰਮ ਨੇ, ਤੇਰੇ ਜਿਹੜੇ ਐਕਟ ਨੇ, ਉਹ ਤੈਨੂੰ ਝੂਠਾ ਸਿੱਧ ਕਰਦੇ ਆ। ਹੁਣ ਮੈਂ ਉਹੀ ਗੱਲ ਕਹਿਣਾ ਵੀ ਹੁਣ ਜਿਹੜੇ ਤਮਾਮ ਸਵਾਲ ਨੇ, ਇਹ ਤੁਹਾਡੀ ਜਿਹੜੀ ਗੱਲ ਆ, ਇਹਨਾਂ ਨੂੰ ਚਾਹੀਦਾ, ਮੇਰੀ ਸੁਜੈਸ਼ਨ ਤਾਂ ਇਹੀ ਸੀਗੀ ਵੀ ਜਾਂ ਇਹ ਪੋਲੀਟੀਕਲ ਪਾਰਟੀ ਬਣਾਉਂਦੇ, ਪਾਰਟੀ ਇਦਾਂ ਦੀ ਬਣਾਉਂਦੇ, ਪੰਜਾਬ ਦੇ ਪੋਲੀਟੀਕਲ ਏਜੰਡੇ ਜਿਹੜੇ ਨੇ ਉਹਨਾਂ ਦੀ ਰਿਕੋਗਨੀਸ਼ਨ ਕਰਦੇ, ਉਹਨਾਂ ਨੂੰ ਫੋਕਸ ਕਰਦੇ ਔਰ ਲੋਕਾਂ ਦੇ ਵਿੱਚ ਲੈ ਕੇ ਜਾਂਦੇ ਵੀ ਆਹ ਸੂਬਾ ਸਰਕਾਰਾਂ ਤੋਂ ਸਾਡੀਆਂ ਆਹ ਮੰਗਾਂ ਹੋਣਗੀਆਂ ਤੇ ਜਿਹੜੀ ਕੇਂਦਰ ਸਰਕਾਰ ਆ ਉਹਦੇ ਨਾਲ ਸਾਡੇ ਆਹ ਇਸ਼ੂ ਨੇ ਪੰਜਾਬ ਦੇ, ਅਸੀਂ ਇਹ ਰੇਜ਼ ਕਰਾਂਗੇ। ਬਣਦਾ ਤਾਂ ਇਹ ਸੀਗਾ। ਹੁਣ ਹੋਣਾ ਕੀ ਹੈ, ਜੇ ਬਣ ਵੀ ਜਾਂਦੀ ਹੈ ਸਰਕਾਰ, ਝੂਠੇ ਪੈਣਗੇ।
ਉਹੀ ਗੱਲ ਹੋ ਜਾਣੀ ਵੀ ਐਕਟ ਨੇ ਝੂਠਾ ਸਿੱਧ ਕਰ ਦੇਣਾ ਭਾਵੇਂ ਇਮਾਨਦਾਰੀ ਹੋਣ ਉਹ। ਰਾਜੇਵਾਲ ਸਾਹਿਬ ਉਹਨਾਂ ਦੀ ਪਾਰਟੀ ਬਣਾਈ ਗਈ ਹੈ ਜਾਂ ਬਣਵਾਈ ਗਈ ਹੈ? ਦੇਖੋ ਇਹ ਤਾਂ ਹੁਣ ਸਮਾਂ ਤੈਅ ਕਰੂਗਾ, ਇਹ ਵਕਤ ਨੇ ਤੈਅ ਕਰ ਦੇਣੀ ਤੁਸੀਂ ਹੈ। ਮੋਰਚੇ 'ਚ ਨਾਲ ਰਹੇ ਹੋ, ਤੁਸੀਂ ਲੰਬਾ ਸੰਘਰਸ਼ ਲੜਿਆ, ਡਿਪਟੀ ਬਾਬਾ ਸਾਹਿਬ ਉਹਨਾਂ ਦੇ ਨਾਲ ਵੀ ਤੁਸੀਂ ਰਹੇ ਹੋ, ਤੁਹਾਡਾ ਤਜਰਬਾ ਕੀ ਕਹਿੰਦਾ ਹੈ, ਇਹ ਪਾਰਟੀ ਬਣੀ ਹੈ ਖੁਦ ਜਾਂ ਪਾਰਟੀ ਬਣਵਾਈ ਗਈ ਹੈ? ਦੇਖੋ ਜਿਹੜੀ ਲੋਕਾਂ ਦੀ ਆਵਾਜ਼ ਹੈ, ਮੇਰੀ ਪਰਸਨਲ ਰਾਏ ਕੁਝ ਵੀ ਹੋ ਸਕਦੀ ਹੈ, ਪਰ ਲੋਕ ਜਿਹੜੇ ਸਿਆਸਤ ਦੀ ਮਾੜੀ ਮੋਟੀ ਵੀ ਕੋਈ ਸਧਾਰਨ ਜੀ ਸਮਝ ਵੀ ਰੱਖਦੇ ਆ, ਉਹ ਇਹ ਗੱਲ ਕਹਿ ਰਹੇ ਆ ਕਿ ਜਿਹੜੀ ਬੀਜੇਪੀ ਦੀ ਵੋਟ ਨਾ ਇੱਕ ਥਾਂ ਤੇ ਪੋਲਰਾਈਜ਼ ਆ। ਮੈਂ ਤੁਹਾਨੂੰ ਜੇ ਪੋਲੀਟੀਕਲ ਚੋਣਾਂ ਦਾ ਜਿਹੜਾ ਸਮੀਕਰਨ ਆ, ਫਿਰ ਜੋ ਆਪਾਂ ਉਹਦੀ ਗੱਲ ਕਰ ਲਈਏ, ਬੀਜੇਪੀ ਦੀ ਵੋਟ ਇੱਕ ਥਾਂ ਤੇ ਪੋਲਰਾਈਜ਼ ਆ। ਬਹੁਤ ਸਾਰੇ ਅਕਾਲੀ ਦਲ ਔਰ ਕਾਂਗਰਸ ਦੇ ਬੰਦੇ ਛੱਡ ਕੇ ਬੀਜੇਪੀ 'ਚ ਜਾ ਰਹੇ ਆ। ਉਹ ਵੋਟ ਜਿੰਨੀ ਪੋਲਰਾਈਜ਼ ਸੀ ਹੋਰ ਵੱਧ ਪੋਲਰਾਈਜ਼ ਹੋ ਰਹੀ ਹੈ। ਪੰਜਾਬ ਨਾਲ ਵਾਅਦੇ ਵੀ ਬੜੇ ਤਰ੍ਹਾਂ ਦੇ ਉਹਨਾਂ ਕੋਲ ਕੀਤੇ ਔਰ ਪੂਰੇ ਵੀ ਕਰ ਸਕਦੇ ਆ, ਕਿਉਂਕਿ ਕੇਂਦਰ 'ਚ ਬੈਠੇ ਆ ਅਗਲੇ। ਜਿਹੜੀਆਂ ਪਾਵਰਸ ਦੀ ਮੈਂ ਗੱਲ ਕਰਦਾ ਵੀ ਜਿਨ੍ਹਾਂ ਪਾਵਰਸ ਦੇ ਆਧਾਰ ਤੇ ਵਿਕਾਸ ਹੋਣਾ, ਉਹ ਪਾਵਰਾਂ ਉਹਨਾਂ ਕੋਲ ਹੈਗੀਆਂ, ਉਹ ਬੀਜੇਪੀ ਕੋਲ ਹੈਗੀਆਂ ਐਟਲੀਸਟ। ਉਸ ਤੋਂ ਇਲਾਵਾ ਉਹ ਕਿਸੇ ਕੋਲ ਵੀ ਹੈ ਨਹੀਂ ਹੈ। ਜਿੰਨੀਆਂ ਪਾਰਟੀਆਂ ਨਵੀਆਂ ਬਣ ਗਈਆਂ, ਮੈਂ ਸਿਰਫ ਉਸ ਦੀ ਗੱਲ ਨਹੀਂ ਕਰਦਾ ਸੰਯੁਕਤ ਸਮਾਜ ਮੋਰਚੇ ਦੀ, ਜਿੰਨੀਆਂ ਪਾਰਟੀਆਂ ਵੱਧ ਬਣ ਗਈਆਂ ਤੇ ਚੋਣਾਂ ਦੇ ਵਿੱਚ ਆਉਣਗੀਆਂ, ਉਹਨਾਂ ਬੀਜੇਪੀ ਨੂੰ ਫਾਇਦਾ ਹੋਊਗਾ। ਹੁਣ ਤੁਸੀਂ ਉਹ ਜਿਹੜੀ ਪਾਰਟੀ ਬਾਰੇ ਪੁੱਛ ਰਹੇ ਹੋ ਉਹਦੇ ਤੇ ਲੇਕਿਨ ਜਿਹੜੀ ਪਾਰਟੀ ਕਿਸਾਨਾਂ ਨੇ ਬਣਾਈ ਹੈ, ਰਾਜੇਵਾਲ ਸਾਹਿਬ ਉਹਨਾਂ ਨੇ ਬਣਾਈ ਹੈ, ਉਹਦਾ ਕਿਆਸ ਰਾਈਆਂ ਚਰਚਾਵਾਂ ਇਹ ਵੀ ਨੇ ਕਿ ਇੱਕ ਪਾਰਟੀ ਜਿਹੜੀ ਖਾਸ ਬੰਦਿਆਂ ਦੀ ਆਮ ਪਾਰਟੀ ਹੈ ਵੀ ਹੋ ਸਕਦਾ ਉਹਦੇ ਨਾਲ ਗੱਠਜੋੜ ਵੀ ਹੋ ਜਾਵੇ, ਤੇ ਇੱਕ ਸੀਐਮ ਚਿਹਰਾ ਕਿਉਂਕਿ ਉਸ ਪਾਰਟੀ ਨੇ ਹਾਲੇ ਤੱਕ ਅਨਾਉਂਸ ਕੀਤਾ ਨਹੀਂ ਪਿਛਲੇ ਦਿਨਾਂ ਦੇ ਕੇਜਰੀਵਾਲ ਸਾਹਿਬ ਨੇ, ਤੇ ਉਹ ਛੱਡਿਆ ਹੋਇਆ ਹਾਲੇ ਤੱਕ। ਇਹੀ ਹੈ, ਪਿਛਲੇ ਦਿਨਾਂ ਦੇ ਵਿੱਚ ਨਾ ਇੱਕ ਮੁੱਲਾਂਪੁਰ ਮੀਟਿੰਗ ਹੋਈ ਹੈ ਹਫ਼ਤਾ ਕੁ ਪਹਿਲਾਂ, ਇਹਦੀ ਪ੍ਰੈਸ 'ਚ ਵੀ ਕਾਫੀ ਚਰਚਾ ਹੈਗੀ ਹੈ, ਸੋਸ਼ਲ ਮੀਡੀਆ ਦੇ ਵੀ ਇਹਦੀ ਚਰਚਾ ਹੈਗੀ ਹੈ। ਉਹ ਮੀਟਿੰਗ ਹੋਈ ਸੀ ਆਮ ਆਦਮੀ ਪਾਰਟੀ ਦੇ ਕਿਸਾਨ ਜਦ ਪਾਰਟੀ ਬਣਨ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਆਮ ਆਦਮੀ ਪਾਰਟੀ ਤੇ ਜਿੰਨਾ ਕਿਸਾਨੀ ਨੁਮਾਇੰਦਿਆਂ ਨੇ, ਕਿਸਾਨ ਜਥੇਬੰਦੀਆਂ ਨੁਮਾਇੰਦਿਆਂ ਨੇ ਪਾਰਟੀ ਬਣਾਈ ਹੈ, ਉਹਨਾਂ ਦੀ ਮੀਟਿੰਗ ਸੀਗੀ ਉਹ। ਤੇ ਉੱਥੇ ਉਹ ਫੈਸਲਾ ਹੋਇਆ ਵੀ ਕਿਉਂਕਿ ਉਹਨਾਂ ਨੇ ਪਹਿਲਾਂ ਚੈੱਕ ਕਰਕੇ ਦੇਖਿਆ ਔਰ ਲੋਕਾਂ ਦੇ ਵਿੱਚ ਆਵਾਜ਼ ਇਹ ਸੀਗੀ ਔਰ ਉਹਨਾਂ ਨੇ ਜੋ ਫੀਡਬੈਕ ਲੋਕਾਂ ਦੇ ਵਿੱਚ ਆਈ ਤਾਂ ਉਹਨਾਂ ਨੂੰ ਇਹ ਗੱਲ ਲੱਗੀ, ਜੋ ਸੋਰਸਿਸ ਦੱਸਦੇ ਨੇ, ਮੈਂ ਸੋਰਸਿਸ ਦੇ ਆਧਾਰ ਤੇ ਗੱਲ ਕਹਿ ਰਿਹਾ, ਕਿ ਉਹਨਾਂ ਨੂੰ ਇਹ ਫੀਡਬੈਕ ਆਈ ਵੀ ਜੇ ਆਮ ਆਦਮੀ ਪਾਰਟੀ ਨਾਲ ਗੱਠਜੋੜ ਕਰ ਲਿਆ ਤਾਂ ਜਿੰਨਾ ਕੁਝ ਵੀ ਹਾਸਲ ਹੋਣਾ ਤੁਹਾਡੀ ਝੋਲੀ ਪੈਣਾ ਉਹ ਵੀ ਨਹੀਂ ਪੈਣਾ। ਪਰ ਇੱਕ ਗੱਲ ਦੀ ਪੋਸੀਬਿਲਿਟੀ ਜ਼ਰੂਰ ਹੈਗੀ ਹੈ ਕਿ ਉਹਦੇ ਵਿੱਚ ਫੈਸਲਾ ਇਹ ਹੋਇਆ, ਇਹ ਹੋਣਾ ਕਿ ਨਹੀਂ ਹੋਣਾ ਇਹਦਾ ਟਾਈਮ ਹੀ ਦੱਸੂਗਾ, ਦਾਅਵਾ ਕੋਈ ਨਹੀਂ ਕਰ ਸਕਦਾ। ਪਰ ਉੱਥੇ ਫੈਸਲਾ ਇਹ ਹੋਇਆ ਉਸ ਮੀਟਿੰਗ ਦੇ ਵਿੱਚ, ਸਾਡੇ ਮਤਲਬ ਕਿ ਬੜੇ ਠੋਸ ਸੂਤਰਾਂ ਦੇ ਆਧਾਰ ਤੇ ਮੈਂ ਕਹਿ ਰਿਹਾ ਕਿ ਇਲੈਕਸ਼ਨਾਂ ਜੇ ਇਹਨਾਂ ਦੋਨਾਂ ਪਾਰਟੀਆਂ ਕੋਲ ਇੰਨੀਆਂ ਕੁ ਸੀਟਾਂ ਆ ਜਾਂਦੀਆਂ ਨੇ ਵੀ ਰਲ ਕੇ ਸਰਕਾਰ ਬਣਾ ਸਕਦੇ, ਫਿਰ ਗੱਠਜੋੜ ਹੋਊਗਾ। ਮਤਲਬ ਪਹਿਲਾਂ ਪੱਤੇ ਨਹੀਂ ਖੋਲਣਗੇ, ਲੇਕਿਨ ਜਦੋਂ ਸੀਟਾਂ ਆ ਗਈਆਂ, ਜਦੋਂ ਇਲੈਕਸ਼ਨ ਹੋ ਗਏ, ਨਤੀਜੇ ਆ ਗਏ, ਉਸ ਤੋਂ ਬਾਅਦ ਸੰਭਵ ਹੈ। ਪੋਸੀਬਿਲਿਟੀ ਹੈ, ਪੋਸੀਬਿਲਿਟੀ 100% ਦਾਅਵਾ ਤਾਂ ਕੋਈ ਵੀ ਕਿਸੇ ਗੱਲ। ਇੱਕ ਵਾਰ ਫਿਰ ਲੋਕਾਂ ਨਾਲ ਧੋਖਾ ਹੋਣਾ ਬਿਲਕੁਲ ਹੋਊਗਾ ਜੀ। ਕੇਜਰੀਵਾਲ ਦੱਸ ਦੇਵੇ ਨਾ ਆਮ ਆਦਮੀ ਪਾਰਟੀ ਕੋਲ ਕੀ ਪ੍ਰੋਗਰਾਮ ਹੈ ਪੰਜਾਬ ਦਾ। ਮੈਂ ਜਿਹੜੀਆਂ ਗੱਲਾਂ ਕੀਤੀਆਂ ਫੈਡਰਲਿਜ਼ਮ ਦੀਆਂ, ਕੇਜਰੀਵਾਲ ਦੀ ਜਿਹੜਾ ਉਹਨਾਂ ਦੇ ਆਮ ਆਦਮੀ ਪਾਰਟੀ ਦਾ ਪ੍ਰੋਗਰਾਮ ਹੈ, ਪਹਿਲੀ ਗੱਲ ਤਾਂ ਉਹ 'ਚ ਹੈ ਨਹੀਂ, ਜੇ ਹੋਊਗਾ ਤਾਂ ਫਰਜ਼ੀ ਤੌਰ ਤੇ। ਫੈਡਰਲਿਜ਼ਮ ਛੱਡੋ, ਤਾਂ ਪਾਣੀਆਂ ਦੀ ਗੱਲ ਨਹੀਂ ਕਰਦੇ ਉਹ ਤਾਂ। ਹਾਂ, ਉਹਦਾ ਕਹਿੰਦੇ ਪਾਣੀ ਪੰਜਾਬ ਦਾ ਸਭ ਨੂੰ ਮਿਲਣਾ ਚਾਹੀਦਾ। ਅੱਜ ਅਸੀਂ ਤਾਂ ਕਹਿੰਦੇ ਹਾਂ, ਮੈਂ ਅੱਜ ਕਿਹਾ ਪ੍ਰੈਸ ਕਾਨਫਰੰਸ ਦੇ ਵਿੱਚ, ਪ੍ਰੈਸ ਕਾਨਫਰੰਸ 'ਚ ਮੈਂ ਕਿਹਾ, ਮੈਨੂੰ ਪੁੱਛਿਆ ਪੱਤਰਕਾਰ ਨੇ, ਮੈਂ ਕਿਹਾ ਉਹਨਾਂ ਨੂੰ ਕਿ ਪਾਣੀ ਜਿਹੜੇ ਇਸ ਦੇਸ਼ ਦੇ ਕੁਦਰਤੀ ਸੋਮੇ ਨੇ ਨਾ, ਉਹਨੂੰ ਕੋਈ ਵੀ ਸਟੇਟ ਜਿਹੜਾ ਕੋਈ ਵੀ ਖਿੱਤਾ ਦੂਜੇ ਖਿੱਤੇ ਦੇ ਲੋਕਾਂ ਨੂੰ ਇਹ ਕਹਿ ਨਹੀਂ ਸਕਦਾ, ਖਾਸ ਕਰਕੇ ਆਪਣੇ ਦੇਸ਼ ਦੇ ਲੋਕਾਂ ਨੂੰ, ਵੀ ਅਸੀਂ ਤੁਹਾਨੂੰ ਦਿੰਦੇ ਨਹੀਂ। ਪਰ ਰਾਜਸਥਾਨ ਸਾਨੂੰ ਕਹਿ ਨਹੀਂ ਸਕਦਾ ਅਸੀਂ ਪੱਥਰ ਨਹੀਂ ਦਿੰਦੇ, ਪਰ ਰਾਜਸਥਾਨ ਸਾਡੇ ਤੋਂ ਰਾਇਲਟੀ ਲੈਂਦਾ। ਅਸੀਂ ਅਬਰਕ ਬਾਕਸਾਈਡ ਮੈਗਨੀਸ਼ੀਅਮ ਲੈ ਕੇ ਆਉਂਦੇ ਆ ਉੱਤਰ ਪੂਰਬੀ ਰਾਜਾਂ ਦੇ ਵਿੱਚੋਂ ਜਾ ਕੇ, ਅਸੀਂ ਰਾਇਲਟੀ ਦਿੰਦੇ ਆ, ਉਹ ਸਾਨੂੰ ਦੇਣ ਤੋਂ ਮਨਾ ਨਹੀਂ ਕਰਦੇ, ਆਪਦਾ ਭਾਅ ਲੈਂਦੇ ਆ, ਸਾਡੇ ਤੋਂ ਰਾਇਲਟੀ ਲੈਂਦੇ ਆ। ਪੰਜਾਬ ਦਾ ਪਾਣੀ ਬਿਲਕੁਲ ਕੁਦਰਤੀ ਸਰੋਤ ਆ ਸਾਰਿਆਂ ਦਾ। ਉਹ ਕੇਜਰੀਵਾਲ ਦੀ ਮੈਂ ਇਸ ਗੱਲ ਨਾਲ ਸਹਿਮਤ ਆ, ਪਰ ਰਾਇਲਟੀ ਕਿੱਥੇ ਆ ਪੰਜਾਬ ਦੀ? ਉਹਦੇ ਤੇ ਉੱਤੇ ਕੇਜਰੀਵਾਲ ਦਾ ਕੀ ਪ੍ਰੋਗਰਾਮ ਆ? ਪੰਜਾਬ ਦੇ ਡੈਮਾਂ ਦਾ ਪ੍ਰਬੰਧ ਜਿਹਦਾ ਕੇਂਦਰੀਕਰਨ ਹੋ ਰਿਹਾ ਲਗਾਤਾਰ, ਉਹਦੇ ਤੇ ਕੇਜਰੀਵਾਲ ਦਾ ਕੀ ਜਵਾਬ ਆ? ਠੀਕ ਹੈ ਨਾ, ਇੱਥੇ ਆ ਕੇ ਕਹਿੰਦੇ ਪੰਜਾਬ ਸਾਰਿਆਂ ਨੂੰ ਮਿਲਣਾ, ਪੰਜਾਬ ਦੀ ਗੱਲ ਕਰ ਦਿੰਦੇ ਕਈ ਵਾਰੀ, ਤੇ ਉੱਥੇ ਦਿੱਲੀ ਜਾ ਕੇ ਕਹਿੰਦੇ ਵੀ ਸਾਰਿਆਂ ਨੂੰ ਮਿਲਣਾ ਚਾਹੀਦਾ। ਬਾਈ ਜੀ, ਇਸ ਕਿਸਮ ਦੀ ਦੋਗਲੀ ਰਾਜਨੀਤੀ ਤਾਂ ਪੰਜਾਬ 'ਚ, ਇਸ ਕਿਸਮ ਦੀ ਵਾਹੀਆਤ ਦੋਗਲੀ ਰਾਜਨੀਤੀ ਵੈਸੇ ਕਿਸੇ ਨੇ ਵੀ ਨਹੀਂ ਕੀਤੀ। ਰਾਘਵ ਬੇਟਾ ਕਹਿੰਦੇ ਨੇ ਚੰਡੀਗੜ੍ਹ ਦੇ ਵਿੱਚ ਤਾਂ ਸਿਰਫ ਟ੍ਰੇਲਰ ਸੀ, ਪੰਜਾਬ 'ਚ ਪੂਰੀ ਫਿਲਮ ਦਿਖਾਵਾਂਗੇ ਅਸੀਂ। ਨਹੀਂ, ਇੱਕ ਗੱਲ ਬੜੀ ਸਾਫ਼ ਕੀਤੀ ਮੈਂ ਤੁਹਾਨੂੰ ਕਹਿਣੀ ਚਾਹੁੰਦਾ, ਚੰਡੀਗੜ੍ਹ ਦੀਆਂ ਜਿਹੜੀਆਂ ਇਲੈਕਸ਼ਨਾਂ ਹੋਈਆਂ ਨਾ, ਚੰਡੀਗੜ੍ਹ ਦੀਆਂ ਇਲੈਕਸ਼ਨਾਂ ਦੇ ਜਿਹੜੇ ਨਤੀਜੇ ਆਏ ਆ, ਉਹਦੇ ਵਿੱਚੋਂ 12 ਮਿਲੀਆਂ ਬੀਜੇਪੀ ਨੂੰ ਤੇ 14 ਮਿਲੀਆਂ ਆਮ ਆਦਮੀ ਪਾਰਟੀ ਨੂੰ। ਮੈਂ ਇਹ ਮੰਨਦਾ ਅੱਜ ਦੀ ਡੇਟ ਦੇ ਵਿੱਚ ਪੰਜਾਬ ਨੂੰ ਇੱਕ ਮੈਸੇਜ ਦਿੱਤਾ ਜਾ ਰਿਹਾ ਕਿ 2022 ਦੀਆਂ ਇਲੈਕਸ਼ਨਾਂ ਦਾ ਜਿਹੜਾ ਕੰਪੀਟੀਸ਼ਨ ਉਹ ਬੀਜੇਪੀ ਤੇ ਆਮ ਆਦਮੀ ਪਾਰਟੀ 'ਚ ਹੈ, ਇਹ ਮੈਸੇਜ ਦਿੱਤਾ ਜਾ ਰਿਹਾ। ਪਰ ਮੈਂ ਇੱਕ ਗੱਲ ਹੋਰ ਕਹਿਣਾ, ਚੰਡੀਗੜ੍ਹ ਦੀ ਖਸਲਤ ਤੇ ਪੰਜਾਬ ਦੀ ਖਸਲਤ 'ਚ ਜ਼ਮੀਨ ਅਸਮਾਨ ਦਾ ਫਰਕ ਹੈ, ਇਹ ਵੀ ਸਮਝ ਹੋਣੀ ਚਾਹੀਦੀ। ਚੰਡੀਗੜ੍ਹ ਤੇ ਦਿੱਲੀ ਵਿੱਚ ਵੀ ਬਹੁਤ ਫਰਕ ਹੈ, ਬੜਾ ਚੰਡੀਗੜ੍ਹ ਦਿੱਲੀ 'ਚ ਤਾਂ ਫਰਕ ਹੈਗਾ ਹੀ ਹੈਗਾ, ਪਰ ਚੰਡੀਗੜ੍ਹ ਦਿੱਲੀ ਤੇ ਚੰਡੀਗੜ੍ਹ 'ਚ ਫਰਕ ਹੈ, ਫਿਰ ਚੰਡੀਗੜ੍ਹ ਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ। ਇਹਦੇ ਤੋਂ ਇਹ ਕਿਆਸ ਰਾਈਆਂ ਲਾਉਣ ਦੀ ਲੋੜ ਨਹੀਂ। ਇਹ ਪਿੰਡਾਂ ਵਾਲਾ ਤਾਂ ਜੁਗਾੜ ਲੱਭੀ ਬੈਠੇ ਨੇ ਨਾ, ਉਹ ਜਿਹੜਾ ਤੁਸੀਂ ਖਰਚਾ ਪਕੜਾਇਆ ਹੈ, ਉਹ ਜੇ ਸੀਟਾਂ ਆ ਗਈਆਂ ਉਹ ਤਾਂ ਫਿਰ ਉਸ ਤੋਂ ਬਾਅਦ ਉਹ ਇੱਕ ਜੁਗਾੜ ਲੱਭੀ ਬੈਠੇ ਨੇ ਪਿੰਡਾਂ ਵਾਲਾ। ਹਾਂ, ਜੁਗਾੜ ਤਾਂ ਲੱਭੀ ਬੈਠੇ ਆ, ਪਰ ਪਤਾ ਕੁਛ ਨਹੀਂ। ਇਹ ਇਲੈਕਸ਼ਨ ਪਿਛਲੇ 75 ਸਾਲਾਂ ਦੀ ਸਭ ਤੋਂ ਹੁਣ ਤੱਕ ਜਿੰਨੀਆਂ ਇਸ ਦੇਸ਼ ਦੇ ਵਿੱਚ, ਪੰਜਾਬ ਦੀਆਂ ਨਹੀਂ, ਜਿੰਨੀਆਂ ਇਸ ਦੇਸ਼ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ, ਸਭ ਤੋਂ ਵੱਖਰੀ ਕਿਸਮ ਦੀ ਇਲੈਕਸ਼ਨ ਇਹ ਹੋਣੀ ਹੈ। ਔਰ ਇਹਦੇ 'ਚ ਹੋਣਾ ਪਤਾ ਨਹੀਂ ਕੀ ਹੈ, ਵਾਹਿਗੁਰੂ ਜਾਣਦਾ। ਇਹਦੇ ਵਿੱਚ ਐਮਰਜੈਂਸੀ ਦੀਆਂ ਸੰਭਾਵਨਾਵਾਂ ਵੀ ਨੇ। ਮੈਨੂੰ ਤਾਂ ਇਹ ਵੀ ਲੱਗਦਾ ਵੀ ਜੇ ਕਿਤੇ ਨਜ਼ਦੀਕ ਜਾ ਕੇ ਬੀਜੇਪੀ ਨੂੰ ਲੱਗਾ, ਸਾਡਾ ਇਹ ਮੰਨਣਾ ਆ ਕਿ ਜਿਹੜੀ ਲੌਬੀ ਬੀਜੇਪੀ ਦੇ ਪਿੱਛੇ ਖੜੀ ਹੈ, ਉਹਦੀ ਕੋਸ਼ਿਸ਼ ਇਹ ਹੈ ਵੀ ਜਾਂ ਤਾਂ ਬੀਜੇਪੀ ਦੀ ਗਵਰਨਮੈਂਟ ਬਣ ਜਾਵੇ ਜਾਂ ਆਮ ਆਦਮੀ ਪਾਰਟੀ ਦੇ ਨਾਲ ਰਲ ਕੇ ਕਿਸੇ ਪਾਰਟੀ ਦੀ, ਆਮ ਆਦਮੀ ਪਾਰਟੀ ਦੀ ਅਗਵਾਈ 'ਚ ਗਵਰਨਮੈਂਟ ਬਣ ਜਾਵੇ। ਉਹ ਲੌਬੀ ਇਹ ਗੱਲ ਚਾਹੁੰਦੀ ਹੈ
ਤੇ ਜੇ ਇਹ ਨਾ ਹੁੰਦਾ ਹੋਇਆ ਫਿਰ ਐਮਰਜੈਂਸੀ ਵੀ ਪੰਜਾਬ 'ਚ ਲੱਗ ਸਕਦੀ ਹੈ। ਪਿਛਲੀਆਂ ਜਿਹੜੀਆਂ ਘਟਨਾਵਾਂ ਨੇ, ਬੇਅਦਬੀ ਦੀ ਘਟਨਾ, ਲੁਧਿਆਣਾ ਬੰਬ ਕਾਂਡ, ਜਗਮੀਤ ਸਿੰਘ ਦੀ ਗ੍ਰਿਫਤਾਰੀ, ਇਹ ਸਾਰੀਆਂ ਗੱਲਾਂ ਉਧਰ ਨੂੰ ਇਸ਼ਾਰਾ ਕਰਦੀਆਂ। ਪ੍ਰੋਫੈਸਰ ਸਾਹਿਬ ਇੱਕ ਸਵਾਲ ਹੋਰ ਹੈ ਮੇਰਾ, ਸ਼ਾਇਦ ਇਹ ਆਖਰੀ ਸਵਾਲ ਹੀ ਹੋਵੇ। ਬੱਬੂ ਮਾਨ ਹੋਣਾ ਨੇ ਇੱਕ ਜੂਝਦਾ ਪੰਜਾਬ ਕਰਕੇ ਇੱਕ ਆਪਣਾ ਇੱਕ ਤੁਸੀਂ ਕਹਿ ਸਕਦੇ ਹੋ ਜਥੇਬੰਦੀ ਬਣਾਈ ਹੈ, ਤੇ ਉਸ ਤੋਂ ਤੁਹਾਡੇ, ਕਿਉਂਕਿ ਤੁਹਾਡੀ ਗੱਲ ਬਿਲਕੁਲ ਅਲੱਗ ਹੈ, ਤੁਸੀਂ ਕਹਿ ਰਹੇ ਹੋ ਵੀ ਜਿਸ ਇੱਕ ਇੱਕ ਸਟਰਕਚਰ ਨੇ, ਇੱਕ ਸਿਸਟਮ ਨੇ ਭਲਾ ਕਰਨਾ ਹੈ ਲੋਕਾਂ ਦਾ, ਉਹ ਸਿਸਟਮ, ਉਹ ਸਟਰਕਚਰ ਹੀ ਕਮਜ਼ੋਰ ਪਿਆ ਹੈ, ਪਹਿਲਾਂ ਉਹਨੂੰ ਮਜ਼ਬੂਤ ਕਰੋ ਤਾਂ ਲੋਕਾਂ ਦਾ ਭਲਾ ਹੋਣਾ ਹੈ। ਉਹ ਕੁਝ ਏਜੰਡਿਆਂ ਦੀ ਗੱਲ ਕਰ ਰਹੇ ਨੇ, ਤੁਸੀਂ ਕੋਸ਼ਿਸ਼ ਨਹੀਂ ਕੀਤੀ ਵੀ ਜੇ ਆਪਾਂ ਮਿਲ ਕੇ ਕੁਝ ਕਰ ਸਕੀਏ? ਜੇ ਲੋਕਾਂ ਨੂੰ ਅਵੇਅਰ ਹੀ ਕਰਨਾ, ਮਿਲ ਕੇ ਕਰੋ। ਨਹੀਂ ਦੇਖੋ, ਜੇ ਤਾਂ ਅਵੇਅਰ ਕਰਨ ਦੀ ਕੋਈ ਗੱਲ ਹੋਵੇ ਸਿਰਫ, ਤਾਂ ਜੇ ਅਵੇਅਰ ਕਰਨ ਦੀ ਗੱਲ ਹੈ ਤਾਂ ਅਵੇਅਰ ਕਰੋ ਉਹਨਾਂ ਲੋਕਾਂ ਨੂੰ, ਪਰ ਲੋਕਾਂ ਨੂੰ ਉਹਨਾਂ ਦੇ ਅਸਲ ਮੁੱਦਿਆਂ ਤੇ ਅਵੇਅਰ ਕਰੋ। ਨਹੀਂ, ਬੱਬੂ ਮਾਨ ਹੁਣੀ ਕਹਿੰਦੇ ਨਾ ਅਸੀਂ ਕਰਾਂਗੇ ਏਜੰਡਾ ਕੀ ਹੈ ਪੰਜਾਬ ਦਾ। ਮੈਂ ਤਾਂ ਫਿਰ ਗੱਲ ਘੁੰਮ ਕੇ ਫਿਰ ਉੱਥੇ ਹੀ ਆ ਜਾਣੀ ਹੈ ਵੀ ਪਾਵਰ ਆਫ ਸਟਰਕਚਰ। ਜਿਸ ਸਟਰਕਚਰ ਨੂੰ ਏਜੰਡੇ ਦੇਣ ਦੀਆਂ ਗੱਲਾਂ ਜੂਝਦਾ ਪੰਜਾਬ ਕਰ ਰਿਹਾ, ਉਹਨੂੰ ਏਜੰਡੇ ਦੇ ਕੀ ਕਰੋਗੇ? ਦੇ ਦਿਓ ਜਿੰਨੇ ਮਰਜ਼ੀ ਏਜੰਡੇ। ਉਸ ਸਟਰਕਚਰ ਦਾ ਸਭ ਤੋਂ ਵੱਡਾ ਏਜੰਡਾ ਤਾਂ ਇਹ ਹੈ ਨਾ ਵੀ ਆਪਣੀ ਪਾਵਰ ਗੇਨ ਕਰੇ, ਪਹਿਲਾਂ ਆਪਣੇ ਵਜੂਦ 'ਚ ਆਵੇ। ਇਹ ਗੱਲ ਦਿਖਾਓ ਜੂਝਦਾ ਪੰਜਾਬ ਗਰੁੱਪ ਦੇ, ਉਹ ਸਾਰਾ ਪ੍ਰੋਗਰਾਮ ਮੈਂ ਪੜ੍ਹਿਆ। ਪ੍ਰੈਸ਼ਰ ਗਰੁੱਪ ਜਿਹੜਾ ਬਣਾਇਆ ਗਿਆ ਹੈ ਜੂਝਦਾ ਪੰਜਾਬ, ਉਹ ਵੀ ਬਣਾਇਆ ਗਿਆ ਹੈ ਜਾਂ ਬਣਵਾਇਆ ਗਿਆ ਹੈ? ਦੇਖੋ ਗੱਲ ਇੱਕ ਬੜੀ ਸਾਫ਼ ਹੈ, ਇਹ ਗੱਲ ਤਾਂ ਮੈਂ ਬੜੇ ਬੇਬਾਕੀ ਦੇ ਨਾਲ ਕਹਿਣੀ ਚਾਹੁੰਦਾ ਕਿ ਬੱਬੂ ਮਾਨ ਹੋਰੀ ਅੰਦੋਲਨ ਦੇ ਦੌਰਾਨ ਤਮਾਮ ਖਾਮੀਆਂ, ਕਮੀਆਂ, ਕੁਤਾਹੀਆਂ, ਗਦਾਰੀਆਂ, ਠੀਕ ਹੈ, ਕਿਸਾਨ ਅੰਦੋਲਨ ਦੇ ਦੌਰਾਨ ਲੋਕਾਂ ਦੇ ਨਾਲ ਹੋਈਆਂ ਔਰ ਲੀਡਰਸ਼ਿਪ ਵੱਲੋਂ ਹੋਈਆਂ। ਹੁਣ ਤਾਂ ਮਨਦੀਪ ਪੁਣੀਆ ਦੀ ਕਿਤਾਬ ਵੀ ਪ੍ਰੋ ਪੰਜਾਬ ਦੇ ਇੰਟਰਵਿਊ ਤੁਸੀਂ ਸੁਣਿਆ ਹੋਊਗਾ, ਉਹਦੇ ਵਿੱਚ ਉਹਨੇ ਇੱਥੋਂ ਤੱਕ ਵੀ ਕਿਹਾ ਕਿ 11 ਨੌਜਵਾਨਾਂ ਦੇ ਨਾਂ ਦਿੱਲੀ ਪੁਲਿਸ ਨੂੰ ਕਿਸਾਨ ਲੀਡਰਸ਼ਿਪ ਨੇ ਇੱਕ ਦੇ ਵਿੱਚੋਂ ਕੁਝ ਲੋਕਾਂ ਨੇ ਦਿੱਤੇ। ਕੀ ਬੱਬੂ ਮਾਨ ਨੂੰ ਇਹਨਾਂ ਗੱਲਾਂ ਦਾ ਨਹੀਂ ਸੀ ਪਤਾ? ਬੱਬੂ ਮਾਨ ਹੋਰੀ ਅੰਦੋਲਨ ਦੇ ਦੌਰਾਨ ਉਹਨਾਂ ਸਾਰੀਆਂ ਤਮਾਮ ਗੱਲਾਂ ਦੇ ਉੱਤੇ, ਜੇ ਤੁਸੀਂ ਲੋਕਾਂ ਨੂੰ ਸੱਚ ਹੀ ਨਹੀਂ ਦੱਸਣਾ, ਅੰਦੋਲਨ ਦੇ ਦੌਰਾਨ ਅਸੀਂ ਉਹਨਾਂ ਖਾਮੀਆਂ ਦੇ ਉੱਤੇ ਬੋਲਦੇ ਰਹੇ ਹਾਂ, ਬਾਪੂ ਡਿਬਡਬਾ ਸਾਹਿਬ ਉਹਨਾਂ ਦੇ ਉੱਤੇ ਬੋਲਦੇ ਰਹੇ ਨੇ, ਜਿਨ੍ਹਾਂ ਲੋਕਾਂ ਨੂੰ ਸਾਡੀ ਸਮਝ ਆਉਂਦੀ ਸੀ ਉਹ ਸਾਡੇ ਨਾਲ ਖੜਦੇ ਰਹੇ ਨੇ। ਬਹੁਤ ਸਾਰੇ ਲੋਕ ਸਾਨੂੰ ਗਾਲਾਂ ਵੀ ਕੱਢਦੇ ਰਹੇ ਆ। ਤਾਂ ਜਦੋਂ ਤੁਸੀਂ ਲੋਕਾਂ ਦੇ ਫਨਕਾਰ ਹੋ, ਠੀਕ ਹੈ, ਲੋਕ ਤੁਹਾਡੀ ਗੱਲ ਤੇ ਯਕੀਨ ਕਰਦੇ ਆ, ਤਾਂ ਤੁਹਾਨੂੰ ਉਸ ਅੰਦੋਲਨ ਦਾ ਜਿਹੜਾ ਸੱਚ ਸੀ, ਜਦੋਂ ਸਾਰਾ ਪੰਜਾਬ ਔਰ ਦੇਸ਼ ਦੇ ਬਹੁਤ ਸਾਰੇ ਹੋਰ ਲੋਕ ਦਾਅ 'ਤੇ ਲੱਗੇ ਹੋਏ ਸੀਗੇ, ਤੇ ਉੱਥੇ ਜਿਹੜੀ ਸਾਡੀ ਲੀਡਰਸ਼ਿਪ ਜਿਹੜੀਆਂ ਮਤਲਬ ਕਿ ਕੁਤਾਹੀਆਂ ਕਰ ਰਹੀ ਸੀ, ਜਿਹੜੀਆਂ ਗੱਦਾਰੀਆਂ ਲੋਕਾਂ ਦੇ ਨਾਲ ਕਰ ਰਹੀ ਸੀ, ਜਿਹੜਾ ਉਹਨਾਂ ਦੇ ਨਾਲ ਉਹ ਰਲ ਕੇ, ਮੈਂ ਕਹੂੰਗਾ ਰਲ ਕੇ ਸ਼ਬਦ ਵਰਤ ਰਿਹਾ ਮੈਂ ਇੱਥੇ, ਕਿ ਲੀਡਰਸ਼ਿਪ ਜਿਹੜੀ ਗੌਰਮੈਂਟ ਆ, ਕੇਂਦਰ ਸਰਕਾਰ, ਉਹਦੇ ਨਾਲ ਰਲ ਕੇ ਜਦੋਂ ਉਹ ਅੰਦੋਲਨ ਲੜ ਰਹੀ ਸੀ, ਉਹਦੀ ਇੱਕ ਐਗਜ਼ਾਮਪਲ ਹੈ ਕਿ ਜਦੋਂ ਕਿਸਾਨ ਸੰਸਦ ਲਾਈ ਗਈ, ਪੁੱਛਣ ਕਿਵੇਂ ਰਲ ਕੇ ਲੜ ਰਹੀ ਸੀ। ਮੈਂ ਪਹਿਲਾਂ ਵੀ ਬੜੀ ਵਾਰੀ ਕਿਹਾ, ਕਿਸਾਨ ਸੰਸਦ ਲੱਗਦੀ ਈਵਨ ਕਿ 26 ਜਨਵਰੀ ਦੀ ਪਰੇਡ ਆ, ਦਿੱਲੀ ਪੁਲਿਸ ਨੂੰ ਪੁੱਛ ਕੇ ਰੂਟ ਤੈਅ ਕੀਤਾ ਗਿਆ, ਦਿੱਲੀ ਪੁਲਿਸ ਨੂੰ ਪੁੱਛ ਕੇ ਵਾਹਨਾਂ ਦੀ ਗਿਣਤੀ ਤੈਅ ਕੀਤੀ ਗਈ, ਦਿੱਲੀ ਪੁਲਿਸ ਦੇ ਮੁਤਾਬਕ ਟਰੈਕਟਰਾਂ ਦੇ ਬੰਦਿਆਂ ਦੀ ਗਿਣਤੀ ਤੈਅ ਕੀਤੀ ਗਈ। ਇਹ ਪੁੱਛ ਕੇ ਨਹੀਂ ਹੈਗਾ, ਰਲ ਕੇ ਨਹੀਂ ਲੜ ਰਹੇ ਅੰਦੋਲਨ ਤੁਸੀਂ। ਕਿਸਾਨ ਸੰਸਦ ਜਦੋਂ ਲਾਈ ਗਈ, ਕਿਸਾਨ ਸੰਸਦ ਲਾਉਣ ਲੱਗਿਆਂ ਬੰਦਿਆਂ ਦੀ ਗਿਣਤੀ ਗਵਰਨਮੈਂਟ ਨੇ ਤੈਅ ਕੀਤੀ, ਸਿਕਿਉਰਟੀਆਂ ਤੁਹਾਨੂੰ ਗਵਰਨਮੈਂਟ ਨੇ ਜਾਣ ਤੇ ਆਉਣ ਲੱਗਿਆਂ ਦਿੱਤੀਆਂ, ਜਗ੍ਹਾ ਤੁਹਾਨੂੰ ਉਹਨਾਂ ਦੀ ਦਿੱਤੀ, ਮਾਈਕ ਤੁਹਾਨੂੰ ਉਹਨਾਂ ਨੇ ਆਪਣੇ ਦਿੱਤੇ। ਜਦੋਂ ਇਹ ਸਾਰਾ ਕੁਝ ਵਾਪਰ ਰਿਹਾ ਸੀਗਾ ਤਾਂ ਅਮਤੋਜ ਮਾਨ ਹੋਰੀ ਤਾਂ ਉਹ ਕਿਸਾਨ ਸੰਸਦ ਦੇ ਵਿੱਚ ਜਾ ਕੇ ਬੋਲਦੇ ਰਹੇ। ਤਾਂ ਤੁਸੀਂ ਉਦੋਂ ਫਿਰ ਕਿਹਨਾਂ ਲਈ ਜੂਝਦੇ ਰਹੇ? ਜਿਨ੍ਹਾਂ ਲਈ ਇਹ ਉਦੋਂ ਜੂਝਦੇ ਰਹੇ, ਜਿਨ੍ਹਾਂ ਨੂੰ ਸ਼ੈਲਟਰ ਕਰਨ ਦੇ ਲਈ ਜੂਝਦੇ ਰਹੇ, ਉਹਨਾਂ ਲਈ ਹੁਣ ਜੂਝਣਗੇ। ਮਤਲਬ ਬਣਵਾਇਆ ਗਿਆ? ਬਿਲਕੁਲ ਬਣਵਾਇਆ ਗਿਆ। ਸਾਡਾ ਤਾਂ ਮੰਨਣਾ ਇਹ ਹੈ ਕਿ ਕਿਸਾਨ ਲੀਡਰਸ਼ਿਪ, ਸਾਰੇ ਨਹੀਂ, ਇਹਦਾ ਹੋਲ ਕਿਸਾਨ ਲੀਡਰਸ਼ਿਪ ਜਿਹੜੀ ਹੈ, ਖਾਸ ਕਰਕੇ ਹੁਣ ਜਿਹੜੀ ਇਲੈਕਸ਼ਨਾਂ ਦੇ ਵਿੱਚ ਆਈ ਹੈ, ਜਿਹੜੇ ਨੌਜਵਾਨ ਨੇ ਨਾ, ਜਿਹੜੇ ਇਸ ਅੰਦੋਲਨ ਦੀ ਰੀੜ ਰਹੇ ਆ, ਉਹ ਨੌਜਵਾਨ ਉਹਨਾਂ ਤੋਂ ਖਫਾ ਨੇ, ਉਹ ਉਹਨਾਂ ਨੂੰ ਆਪਣਾ ਲੀਡਰ ਨਹੀਂ ਮੰਨਦੇ, ਉਹਨਾਂ 'ਤੇ ਯਕੀਨ ਨਹੀਂ ਕਰਦੇ। ਔਰ ਉਸ ਲੀਡਰਸ਼ਿਪ ਨੂੰ, ਤੇ ਬੱਬੂ ਮਾਨ ਨੂੰ ਖਾਸ ਕਰਕੇ, ਬੱਬੂ ਮਾਨ ਜੀ ਵੀ ਵੈਸੇ ਸਿੱਖ ਨਹੀਂ ਰਹੇ, ਮੈਂ ਉਹਨਾਂ ਨੂੰ ਬੇਨਤੀ ਵੀ ਕਰਨੀ ਚਾਹੁੰਦਾ, ਮੈਂ ਉਹਨਾਂ ਦੀ ਰਿਸਪੈਕਟ ਕਰਦਾ ਐਜ਼ ਫਨਕਾਰ, ਐਜ਼ ਆਰਟਿਸਟ, ਐਜ਼ ਗਾਇਕ, ਮੈਂ ਉਹਨਾਂ ਦੀ ਇੱਜ਼ਤ ਕਰਦਾ। ਪਰ ਇਹ ਮਸਲਾ ਜਿਹੜਾ ਆ, ਉਹ ਸਾਡਾ ਇਹ ਸਾਡਾ ਸਿਆਸੀ ਮਸਲਾ ਆ, ਸਾਡੇ ਹੱਕ ਹਕੂਕ ਦਾ ਮਸਲਾ ਆ, ਠੀਕ ਹੈ। ਇਹ ਇੱਥੇ ਜਿਹੜੇ ਬੱਬੂ ਮਾਨ ਹੋਰੀ ਨੇ, ਉਹਨਾਂ ਨੂੰ ਸਿੱਖਣਾ ਚਾਹੀਦਾ। ਗੁਰਦਾਸ ਮਾਨ, ਬੱਬੂ ਮਾਨ ਹੋਰਾਂ ਦਾ ਇੱਕ ਸਪੈਸੀਫਿਕ ਆਡੀਅנס ਹੈ, ਠੀਕ ਹੈ ਨਾ। ਮੈਨੂੰ ਕੋਈ ਨਹੀਂ, ਮੈਨੂੰ ਉਹਦਾ ਤਾਂ ਉਹਨਾਂ ਦੇ ਫੈਨ ਜਿਹੜੇ ਮੈਨੂੰ ਗਾਲਾਂ ਹੀ ਕੱਢਦੇ, ਹੋ ਸਕਦਾ ਗਾਲਾਂ ਵੀ ਕੱਢਣ ਤੁਹਾਨੂੰ, ਕਿਉਂਕਿ ਲਾਜ਼ਮੀ ਆ ਉਹ ਸੱਚ। ਅਸੀਂ ਤਾਂ ਜਦੋਂ ਮਤਲਬ ਕਿ ਇਸ ਮੁਲਕ ਦੀ ਸਲਤਨਤ ਦੇ ਖਿਲਾਫ ਬੋਲੀ ਜਾਂਦੇ ਆ, ਤਾਂ ਜਿਹੜੀ ਵੀ ਗੱਲ ਜਿੱਥੇ ਸਹੀ ਨਹੀਂ ਹੋਊਗੀ, ਭਾਵੇਂ ਸਾਡਾ ਭਰਾ ਹੀ ਹੋਵੇ, ਅਸੀਂ ਉੱਥੇ ਲਿਹਾਜ਼ ਨਹੀਂ ਕਰਨਾ। ਮੈਂ ਕਿਹਾ ਪਹਿਲਾਂ ਮੈਂ ਰਿਸਪੈਕਟ ਕਰਦਾ, ਉਹ ਫਨਕਾਰ ਨੇ, ਆਰਟਿਸਟ ਦੇ ਤੌਰ 'ਤੇ ਮੈਂ ਰਿਸਪੈਕਟ ਕਰਦਾ, ਪਰ ਉਹਨਾਂ ਦੀ ਇੱਕ ਸਪੈਸੀਫਿਕ ਜੀ ਆਡੀਅנס ਆ ਯੂਥ ਦੇ ਵਿੱਚ। ਗੁਰਦਾਸ ਮਾਨ ਤੋਂ ਸਿੱਖ ਲੈਣਾ ਚਾਹੀਦਾ, ਬੱਚੇ ਤੋਂ ਲੈ ਕੇ 100 ਸਾਲ ਦੇ ਬਜ਼ੁਰਗ ਤੱਕ ਉਹਨੂੰ ਸੁਣਦਾ ਸੀ, ਉਹਦੀ ਰਿਸਪੈਕਟ ਕਰਦਾ ਸੀ। ਪਰ ਗੁਰਦਾਸ ਮਾਨ ਨੇ ਜਦੋਂ ਉਹ ਕੰਮ ਕੀਤਾ ਜਿਹੜਾ ਲੋਕਾਂ ਨੂੰ ਪਸੰਦ ਨਹੀਂ, ਔਰ ਜਿਹੜਾ ਕਿ ਗਲਤ ਵੀ ਸੀ, ਇੱਕ ਤਰ੍ਹਾਂ ਦੇ ਨਾਲ ਦਗਾ ਕੀਤਾ ਜਦੋਂ ਇੱਥੋਂ ਦੀ ਇਸ ਬੋਲੀ ਦੇ ਨਾਲ, ਔਰ ਉਹਦੇ ਤੋਂ ਜਦੋਂ ਲੋਕਾਂ ਨੇ ਉਜਰ ਕੀਤਾ ਕੈਨੇਡਾ ਦੇ ਵਿੱਚ, ਤਾਂ ਉਹਨੇ ਗਾਲ ਤੱਕ ਕੱਢੀ ਇੱਕ ਸ਼ੋਅ ਦੇ ਵਿੱਚ। ਤਾਂ ਦੇਖੋ ਵੀ ਜਦੋਂ ਇਹ ਅੰਦੋਲਨ ਚੱਲਿਆ, ਪੰਜਾਬ 100 ਸਾਲ ਦਾ, ਇਸ ਦੇਸ਼ ਦਾ ਸਭ ਤੋਂ ਵੱਡਾ ਅੰਦੋਲਨ ਜਿਹਦੀ ਅਗਵਾਈ ਪੰਜਾਬ ਨੇ ਕੀਤੀ, ਤੇ ਉਹ ਸਟੇਜ 'ਤੇ ਗੁਰਦਾਸ ਮਾਨ ਨੂੰ ਚੜ੍ਹਨ ਨਹੀਂ ਦਿੱਤਾ। ਜਿੱਥੇ 12-12, 14-14, 15-15 ਲੱਖ ਦੇ ਕੇ ਗੁਰਦਾਸ ਮਾਨ ਨੂੰ ਚੜ੍ਹਾਇਆ ਜਾਂਦਾ ਸੀ, ਉੱਥੇ ਫ੍ਰੀ 'ਚ ਨਹੀਂ ਚੜ੍ਹਨ ਦਿੱਤਾ ਲੋਕਾਂ ਨੇ।
ਤਾਂ ਮੈਂ ਬੇਨਤੀ ਕਰਨਾ ਚਾਹੁੰਦਾ ਬੱਬੂ ਉਹ ਵੀ ਤਾਂ ਤੁਹਾਡੇ ਤੋਂ ਆਸ ਕਰਦੇ ਹਾਂ, ਤਾਂ ਉਮੀਦ ਕਰਦੇ ਹਾਂ। ਮੈਂ ਉਹਨਾਂ ਦੇ ਲਿਖੇ ਹੋਏ ਗੀਤਾਂ ਦੀ ਬਹੁਤ ਰਿਸਪੈਕਟ ਕਰਦਾ, ਬਹੁਤ ਚੰਗਾ ਉਹਨਾਂ ਨੇ ਗਾਇਆ। ਤੇ ਅੰਦੋਲਨ ਦੇ ਦੌਰਾਨ ਵੀ ਮੈਂ ਉਹਨਾਂ ਤੋਂ ਬੜਾ ਮਤਲਬ ਕਿ ਵੀ ਮੈਂ ਬਤੌਰ ਨੌਜਵਾਨ, ਬਤੌਰ ਪੰਜਾਬੀ, ਬਤੌਰ ਸਿੱਖ, ਮੈਂ ਬੱਬੂ ਮਾਨ ਹੋਰਾਂ ਤੋਂ ਇਸ ਗੱਲ ਤੋਂ ਖਫਾ ਹਾਂ। ਮੇਰਾ ਗਿਲਾ ਆ ਉਹਨਾਂ ਦੇ ਉੱਤੇ ਕਿ ਅੰਦੋਲਨ ਦੇ ਦੌਰਾਨ ਜੋ ਭੂਮਿਕਾ ਬੱਬੂ ਮਾਨ ਨੂੰ ਨਿਭਾਉਣੀ ਚਾਹੀਦੀ ਸੀ ਉਹਨੇ ਬੱਬੂ ਮਾਨ ਨੇ ਨਹੀਂ ਨਿਭਾਈ। ਮੈਂ ਇਹ ਨਹੀਂ ਕਹਿੰਦਾ ਕਿ ਮਤਲਬ ਕਿ ਵੀ ਅੰਨ੍ਹੇਵਾਹ ਉਹਨਾਂ ਨੂੰ ਵਿਰੋਧ ਹੀ ਕਰਨਾ ਚਾਹੀਦਾ ਸੀਗਾ, ਪਰ ਉਹਨਾਂ ਨੂੰ ਸੱਚ ਵੀ ਉਜਾਗਰ ਕਰਨਾ ਚਾਹੀਦਾ ਸੀ। ਕਿਸਾਨ ਲੀਡਰਸ਼ਿਪ ਨੂੰ ਇਹ ਗੱਲਾਂ ਫਿਰ ਉਹਨਾਂ ਦੀਆਂ ਬਣਦੀਆਂ ਸੀ ਕਹਿਣੀਆਂ, ਭਾਵੇਂ ਅੰਦਰ ਬਹਿ ਕੇ ਕਹਿੰਦੇ ਵੀ ਭਾਈ ਇੱਥੇ ਤੇ ਤੁਸੀਂ ਗਲਤ ਹੋ, ਪਰ ਸਾਨੂੰ ਪਤਾ ਹੈ ਇਸ ਗੱਲ ਦਾ ਕਿ ਉਹਨਾਂ ਨੇ ਨਹੀਂ ਕਿਹਾ। ਤੇ ਹੁਣ ਫੇਰ ਉਹ ਜਿਹੜੀ ਲੀਡਰਸ਼ਿਪ ਜਿਹੜੀ ਉੱਥੋਂ ਵਾਲੀ ਸੀ, ਜਦੋਂ ਚੋਣਾਂ ਦੇ ਮੈਦਾਨ ਦੇ ਵਿੱਚ ਆ ਰਹੀ ਹੈ, ਤਾਂ ਉਹ ਲੀਡਰਸ਼ਿਪ ਜਿਹਨੇ ਅੰਦੋਲਨ ਦੇ ਦੌਰਾਨ ਲੋਕਾਂ ਦੇ ਨਾਲ ਦਗਾ ਕਮਾਇਆ, ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖੇਡਿਆ, ਲੋਕਾਂ ਦੇ ਨਾਲ ਗਦਾਰੀਆਂ ਕੀਤੀਆਂ, ਲੋਕਾਂ ਦੀਆਂ ਅੰਦੋਲਨ ਦੇ ਦੌਰਾਨ ਨੌਜਵਾਨਾਂ ਦੇ ਉੱਤੇ ਬਣੇ ਹੋਏ ਕੇਸਾਂ ਦੀਆਂ ਲਿਸਟਾਂ ਤੱਕ ਦਿੱਲੀ ਪੁਲਿਸ ਨੂੰ ਦਿੱਤੀਆਂ। ਅੱਜ ਉਹ ਲੋਕ ਜਿਨ੍ਹਾਂ ਨੇ ਅੰਦੋਲਨ ਦੇ ਦੌਰਾਨ ਲੋਕਾਂ ਨਾਲ ਦਗਾ ਕਮਾਇਆ ਹੋਵੇ, ਗਦਾਰੀਆਂ ਕੀਤੀਆਂ ਹੋਣ, ਤੇ ਉਹ ਪੰਜਾਬ ਦਾ ਭਲਾ ਕਰਨਗੇ। ਉਹਨਾਂ ਤੋਂ ਪੰਜਾਬ ਦੇ ਭਲੇ ਦੀ ਅਸੀਂ ਆਸ ਹੀ ਕਰਦੇ ਹਾਂ ਨਾ, ਤਾਂ ਕਰਕੇ ਹੀ ਫਿਰ ਮਤਲਬ ਕਿ ਇੱਦਾਂ ਦਾ ਇੱਕ ਗਰੁੱਪ ਬਣਾਇਆ ਜਿਹੜਾ ਮਤਲਬ ਕਿ ਵੀ ਉਹਨਾਂ ਨੂੰ ਏਜੰਡੇ ਦਊਗਾ। ਮੇਰਾ ਆਖਰੀ ਸਵਾਲ ਕਹਿਣਾ ਤਾਂ ਇਹ ਆ ਵੀ ਅਸੀਂ ਏਜੰਡੇ ਜਿਹੜੇ ਨੇ ਉਹ ਸਾਰੀਆਂ ਪਾਰਟੀਆਂ ਨੂੰ ਦੇਣੇ ਆ, ਪਰ ਇਦਾਂ ਇਹ ਸੱਚ ਨਹੀਂ ਹੈਗਾ। ਠੀਕ ਹੈ, ਇਹ ਉਹਨਾਂ ਨੂੰ ਵੀ ਪਤਾ ਹੈ, ਇਹ ਜਿਨ੍ਹਾਂ ਨੇ ਬਣਵਾਇਆ ਉਹਨਾਂ ਨੂੰ ਵੀ ਪਤਾ, ਤੇ ਸਾਨੂੰ ਵੀ ਪਤਾ ਹੈ, ਤੇ ਜਿਹੜੇ ਲੋਕ ਸਿਆਸਤ ਦੀ ਮਾੜੀ ਮੋਟੀ ਸਮਝ ਰੱਖਦੇ ਆ ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਹੈ ਕਿ ਉਹ ਗਰੁੱਪ ਜਿਹੜਾ ਹੈਗਾ ਆ ਉਹ ਕਿੰਨਾ ਦੇ ਕਹਿਣ ਤੇ ਔਰ ਕਿੰਨਾ ਦੀ ਹਮਾਇਤ ਵਾਸਤੇ ਬਣਿਆ। ਪਰ ਫਿਰ ਵੀ ਅਸੀਂ ਜੂਝਦਾ ਪੰਜਾਬ ਗਰੁੱਪ ਤੋਂ ਇਹ ਉਮੀਦ ਕਰ ਲੈਂਦੇ ਹਾਂ ਕਿ ਉਹ ਪੰਜਾਬ ਦੇ ਜਿੰਨੇ ਕੁ ਵੀ ਮੁੱਦੇ ਉਹਨਾਂ ਨੇ ਉਹਨਾਂ ਦੇ ਪੈਂਫਲੇਟ ਦੇ ਵਿੱਚ ਹੈਗੇ, ਮੈਂ ਪੜ੍ਹੇ ਆ ਵੀ ਜਿੰਨੇ ਕੁ ਵੀ ਉਹਦੇ ਵਿੱਚ ਉਹਨਾਂ ਨੇ ਦਰਜ ਕੀਤੇ ਆ, ਉਹ ਨਿਰਪੱਖ ਹੋ ਕੇ ਉਹਨਾਂ ਏਜੰਡਿਆਂ ਦੇ ਉੱਤੇ ਪਹਿਰਾ ਦੇਣਗੇ, ਇਲੈਕਸ਼ਨ ਦੇ ਦੌਰਾਨ ਵੀ ਤੇ ਇਲੈਕਸ਼ਨਾਂ ਤੋਂ ਬਾਅਦ ਵੀ। ਮੇਰਾ ਆਖਰੀ ਸਵਾਲ, ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਨੂੰ ਕਿੰਨੀ ਕੁ ਉਮੀਦ ਹੈ ਕਿ ਫ੍ਰੀ ਆਟਾ ਦਾਲ, ਫ੍ਰੀ ਬਿਜਲੀ ਜਾਂ ਫਿਰ ਘਰ ਘਰ ਰੁਜ਼ਗਾਰ ਜਾਂ ਫਿਰ ਇਹ ਜਿਹੜੀ ਬੇਅਦਬੀ ਨੂੰ, ਮੰਦਭਾਗੀਆਂ ਘਟਨਾਵਾਂ ਨੂੰ ਲੈ ਕੇ ਜੋ ਸਿਆਸਤ ਹੁੰਦੀ ਹੈ, ਜਾਂ ਇੱਕ ਪਰਸਨਲ ਨਿੱਜੀ ਤੌਰ 'ਤੇ ਜੋ ਇੱਕ ਦੂਜੇ ਨੂੰ ਟਾਰਗੇਟ ਕੀਤਾ ਜਾਂਦਾ ਹੈ, ਉਸ ਤੋਂ ਉੱਤੇ ਉੱਠ ਕੇ ਸੰਵਿਧਾਨਕ ਢਾਂਚੇ ਨੂੰ ਜਿਸ ਨੇ ਵਾਕਈ ਲੋਕਾਂ ਦਾ ਭਲਾ ਕਰਨਾ ਹੈ, ਇਹ ਮੈਸੇਜ, ਇਹ ਸੁਨੇਹਾ ਲੋਕਾਂ ਤੱਕ ਪਹੁੰਚਾਉਣ 'ਚ ਕਾਮਯਾਬ ਰਹਿਣਗੇ? ਕਿੰਨੀ ਕੁ ਉਮੀਦ ਲੱਗਦੀ ਹੈ ਤੁਹਾਨੂੰ? ਦੇਖੋ, ਅਸੀਂ ਅੱਜ ਸ਼ੁਰੂ ਹੋਏ ਹਾਂ, ਚੋਣਾਂ ਦੇ ਵਿੱਚ 2 ਮਹੀਨੇ ਵੀ ਨਹੀਂ ਰਹਿ ਗਏ। ਬਿਲਕੁਲ ਠੀਕ ਹੈ, ਇਸ ਦੇ ਦੌਰਾਨ ਅਸੀਂ ਜਿੰਨਾ ਕੁ ਵੀ ਕਰ ਸਕਦੇ ਹੋ ਅਸੀਂ ਪੂਰੀ ਕੋਸ਼ਿਸ਼ ਕਰਾਂਗੇ। ਜਿਹੜਾ ਪ੍ਰਚਾਰ, ਜਿਹੜਾ ਪ੍ਰੋਪੇਗੈਂਡਾ ਜਿਹੜਾ ਸਾਲਾਂ 'ਚ ਹੁੰਦਾ, ਉਹ ਚੋਣਾਂ ਦੇ ਦੌਰਾਨ ਮਹੀਨਿਆਂ 'ਚ ਹੋ ਜਾਂਦਾ ਹੁੰਦਾ ਹੈ ਨਾ। ਲੋਕ ਜਿਹੜੇ ਹੈਗੇ ਨੇ, ਕਿਉਂਕਿ ਲੋਕਾਂ ਦੇ ਇੱਕ ਮੈਂਟਲ ਸਟੇਟ ਬਣੀ ਹੁੰਦੀ ਹੈ ਉੱਦਾਂ ਦੀ, ਅਸੀਂ ਲੋਕਾਂ ਦੇ ਵਿੱਚ ਜਾਵਾਂਗੇ, ਮੀਡੀਆ ਦੇ ਰਾਹੀਂ ਲੋਕਾਂ ਦੇ ਵਿੱਚ ਜਾ ਕੇ ਅਸੀਂ ਇਹ ਏਜੰਡਾ ਸੈੱਟ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦਾ ਪੋਲੀਟੀਕਲ ਏਜੰਡਾ ਔਨ ਦਾ ਬੇਸਿਸ ਆਫ ਇਸ਼ੂਜ਼ ਆਫ ਪੰਜਾਬ, ਇਹ ਇਸ਼ੂ ਏਜੰਡਾ ਹੋਣਾ ਚਾਹੀਦਾ। ਔਰ ਸਾਡਾ ਮੰਨਣਾ ਹੈ ਕਿ ਅਸੀਂ ਇਸ ਢੰਗ ਨਾਲ ਇਸ ਏਜੰਡੇ ਨੂੰ ਸੈੱਟ ਕਰੀਏ। ਕੋਸ਼ਿਸ਼ ਸਾਡੀ ਇਹ ਰਹਿਣੀ ਹੈ ਕਿ ਹਰ ਉਮੀਦਵਾਰ ਨੂੰ ਉਹਦੇ ਏਜੰਡੇ ਦੇ ਦੁਆਲੇ ਬੋਲਣਾ ਪਵੇ, ਉਹਨੂੰ ਬੋਲੇ ਬਿਨਾਂ ਜਾ ਨਾ ਸਕਦਾ ਹੋਵੇ। ਤੇ ਲੋਕ ਜਿਹੜੇ ਅੰਦੋਲਨ ਦੇ ਦੌਰਾਨ ਵੀ ਸਿਆਸੀ ਪਾਰਟੀਆਂ ਨੂੰ ਘੇਰਦੇ ਰਹੇ ਆ, ਤੇ ਅੱਜ ਉਹਨਾਂ 'ਚ ਸਵਾਲ ਪੁੱਛਣ ਦੀ ਚੇਤਨਾ ਦੀ ਜ਼ਰੂਰਤ ਬਣੀ ਹੋਈ ਹੈ, ਉਹ ਉਹਨਾਂ ਨੂੰ ਉਹਨਾਂ ਏਜੰਡਿਆਂ ਦੇ ਦੁਆਲੇ ਸਵਾਲ ਪੁੱਛਣ ਵੀ ਆਹ ਪਾਰਟੀ ਜਿਹੜੀ ਹੈ ਆਹ ਗੱਲ ਕਹਿੰਦੀ ਹੈ, ਤੁਹਾਡਾ ਇਹਦੇ 'ਤੇ ਕੀ ਕਹਿਣਾ ਹੈ। ਸਾਡੀ ਕੋਸ਼ਿਸ਼ ਇਹ ਰਹੂਗੀ ਕਿ ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੇ ਜਿਹੜੇ ਲੋਕ ਮਤਲਬ ਕਿ ਇਲੈਕਸ਼ਨਾਂ ਦੇ ਵਿੱਚ ਪਾਰਟੀਸਪੇਟ ਕਰਦੇ ਐਜ਼ ਵੋਟਰ, ਵੀ ਉਹ ਉਹਨਾਂ ਉਮੀਦਵਾਰਾਂ ਨੂੰ, ਉਹਨਾਂ ਪਾਰਟੀਆਂ ਨੂੰ ਉਸ ਏਜੰਡੇ ਦੇ ਦੁਆਲੇ ਸਵਾਲ ਪੁੱਛਣ। ਜੀ, ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਤੁਹਾਡੇ ਨਾਲ ਗੱਲਬਾਤ ਕਰਕੇ ਹਮੇਸ਼ਾ ਕੁਛ ਨਾ ਕੁਛ ਸਿੱਖਣ ਨੂੰ ਮਿਲਦਾ ਹੈ। ਪ੍ਰੋਫੈਸਰ ਪ੍ਰਭਜੋਤ ਸਿੰਘ ਜੀ, ਬੜੀ ਚੰਗੀ ਗੱਲ ਕਹੀ ਹੈ, ਲੇਕਿਨ ਦੇਖੋ ਇਹ ਸੋਚਣ ਵਾਲੀ ਗੱਲ ਹੈ, ਜੇ ਅੱਜ ਚਰਨਜੀਤ ਸਿੰਘ ਚੰਨੀ ਕਹਿ ਰਹੇ ਨੇ ਕਿ ਅਸੀਂ ਕੇਂਦਰ ਸਰਕਾਰ ਨੂੰ ਲਿਖਿਆ ਹੈ ਕਰਜ਼ੇ ਮਾਫ ਕਰਨ ਦੇ ਬਾਬਤ, ਜੇ ਕੇਂਦਰ ਮਦਦ ਕਰਦਾ ਹੈ ਤਾਂ ਅਸੀਂ ਕਰਜ਼ੇ ਮਾਫ ਕਰਾਂਗੇ, ਇਹ ਨੌਬਤ ਹੀ ਕਿਉਂ ਆਈ ਕਿ ਪੰਜਾਬ ਦੇ ਆਪਣੇ ਸਿਸਟਮ ਦੇ ਕੋਲ, ਆਪਣੇ ਢਾਂਚੇ ਕੋਲ ਇੰਨੀ ਤਾਕਤ ਨਹੀਂ ਕਿ ਲੋਕਾਂ ਦਾ ਭਲਾ ਆਪ ਕਰ ਸਕੇ। ਇਹੀ ਗੱਲ ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਕਹਿ ਰਿਹਾ ਹੈ ਕਿ ਲੋਕਾਂ ਨੂੰ ਲਾਰੇ ਲਾਣਾ ਛੱਡੋ, ਪਹਿਲਾਂ ਆਪਣਾ ਢਾਂਚਾ ਮਜ਼ਬੂਤ ਕਰੋ, ਆਪਣੇ ਕੋਲ ਅਧਿਕਾਰ ਲਓ, ਜੋ ਅਧਿਕਾਰ ਕੇਂਦਰ ਦੱਬੀ ਬੈਠਾ ਹੈ, ਪਹਿਲਾਂ ਉਸ 'ਤੇ ਗੱਲ ਕਰੋ। ਲੋਕਾਂ ਦਾ ਭਲਾ ਉਸ ਤੋਂ ਬਾਅਦ ਹੋਏਗਾ। ਜਦੋਂ ਤੁਸੀਂ ਭਲਾ ਕਰਨ ਵਾਲਾ ਸਿਸਟਮ ਹੀ ਨਿਕੰਮਾ ਕਰੀ ਬੈਠੇ ਹੋ ਤਾਂ ਲੋਕਾਂ ਦਾ ਭਲਾ ਹੋਣਾ ਕਿਵੇਂ ਹੈ? ਤੇ ਜਿਹੜੇ ਹੁਣ ਤੱਕ ਇਸ ਨਿਕੰਮੇ ਪੇ ਸਿਸਟਮ ਨੂੰ ਲੈ ਕੇ ਚੁੱਪ ਨੇ, ਚਾਹੇ ਉਹ ਸੱਤਾ ਵਿੱਚ ਨੇ ਚਾਹੇ ਸੱਤਾ ਤੋਂ ਬਾਹਰ ਨੇ, ਉਹ ਆਪਣੇ ਨਿੱਜੀ ਹਿੱਤਾਂ ਕਰਕੇ ਹੀ ਹੁਣ ਤੱਕ ਇਸ ਸਿਸਟਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਬਾਰੇ ਗੱਲ ਨਹੀਂ ਕਰ ਰਹੇ। ਪਰ ਇਹਨਾਂ ਦੀ ਮਿਹਨਤ ਕਿੰਨਾ ਅਸਰ ਦਿਖਾਏਗੀ, ਕੀ ਰੰਗ ਲਿਆਏਗੀ, ਇਹ ਸਮਾਂ ਦੱਸੇਗਾ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ ਅਮਨਦੀਪ ਸਿੰਘ, ਦ ਖਬਰਸਾਰ, ਚੰਡੀਗੜ੍ਹ।